ਅਸੀਂ ਵਰਲਡ ਦੀ ਸਭ ਤੋਂ ਵੱਡੀ ਕੰਪਨੀ ਪੀਅਰਸਨ ਐਜੂਕੇਸ਼ਨ ਦੇ ਨਾਲ ਮਿਲ ਕੇ ਵਰਲਡ ਦਾ ਸਭ ਤੋਂ ਵੱਡਾ ਪਾਥਵੇ ਪ੍ਰੋਗਰਾਮ ਗਲੋਬਲ ਪ੍ਰੋਗਰਾਮ ਲੈ ਕੇ ਆਏ ਆ। ਉਹਦਾ ਐਡਵਾਂਟੇਜ ਸਭ ਤੋਂ ਪਹਿਲਾਂ ਇਹ ਹੈ ਜੀ ਕਿ ਤੁਸੀਂ ਜਿਹੜੇ ਬੱਚੇ ਸਾਡੇ ਰਿਫਿਊਜ਼ਲਸ ਕਰਕੇ ਪਰੇਸ਼ਾਨ ਹਨ, ਗੈਪ ਕਰਕੇ ਪਰੇਸ਼ਾਨ ਹਨ, ਜਾਂ ਉਹਨਾਂ ਦੇ ਮਾਰਕਸ ਘੱਟ ਹੈਗੇ ਹੈ, ਜਾਂ ਬਿਜ਼ਨਸ ਮੈਨੇਜਮੈਂਟ ਦੇ ਸਟੂਡੈਂਟ ਹੈ ਉਹਨਾਂ ਕੋਲ ਮੈਥ ਨਹੀਂ ਹੈ ਔਰ ਆਪਣੇ ਉਹ ਇੰਟਰਨੈਸ਼ਨਲ ਅੱਛੀ ਯੂਨੀਵਰਸਿਟੀਆਂ 'ਚ ਪੜ੍ਹਨਾ ਚਾਹੁੰਦੇ ਹੈ ਬਟ ਕਿਸੇ ਕਰਕੇ ਡਿਊਰਿੰਗ देयर ਇਨੀਸ਼ੀਅਲ ਸਟੇजेस ਆਫ ਐਜੂਕੇਸ਼ਨ ਉਹ ਆਪਣੀ ਪੂਰੀ ਪੜ੍ਹਾਈ ਪ੍ਰੋਪਰਲੀ ਨਹੀਂ ਕਰ ਪਾਏ ਹੈ। ਸੋ ਉਹ ਇਸ ਗਲੋਬਲ ਪਾਥਵੇ ਪ੍ਰੋਗਰਾਮ ਦਾ ਬੈਨੀਫਿਟ ਲੈ ਕੇ ਅੱਗੇ ਵੱਧ ਸਕਦੇ ਹੈ। ਜਨਰਲੀ ਆਪਾਂ ਸਮਝਦੇ ਹਾਂ ਕਿ ਇੰਟਰਨੈਸ਼ਨਲ ਐਜੂਕੇਸ਼ਨ ਹੈ ਮਹਿੰਗੀ ਹੋਏਗੀ, ਲੱਖਾਂ 'ਚ ਹੋਏਗੀ ਫੀਸ। ਹਾਂਜੀ ਲੱਖਾਂ ਦਾ ਹੈ ਬਟ ਬਹੁਤ ਥੋੜ੍ਹੇ ਲੱਖ ਹੈਗੇ ਹੈ। ਸੋ ਇਹਦੀ ਫੀਸ ਜਿਹੜੀ ਹੈ ਯੂਜਲੀ ਜਿਹੜੀ ਇੰਟਰਨੈਸ਼ਨਲ ਐਜੂਕੇਸ਼ਨ 8 ਤੋਂ 10 ਲੱਖ 11 ਲੱਖ ਹੁੰਦੀ ਹੈ। ਅਸੀਂ ਇੱਥੇ ਬੜੀ ਹੀ ਰੀਜ਼ਨੇਬਲ ਫੀਸ ਦੇ ਵਿੱਚ ਬੱਚਿਆਂ ਨੂੰ ਗਲੋਬਲ ਐਜੂਕੇਸ਼ਨ ਪ੍ਰੋਗਰਾਮ ਡਿਲੀਵਰ ਕਰਨ ਲੱਗੇ ਹਾਂ। ਡੀਜੇ ਸਿੰਘ ਜੀ, ਜਦੋਂ ਅਸੀਂ ਕੋਈ ਚੀਜ਼ ਸਸਤੀ ਦਿੰਦੇ ਹਾਂ ਨਾ ਕਿਸੇ ਨੂੰ, ਤਾਂ ਲੋਕਾਂ ਦੇ ਦਿਮਾਗ ਦੇ ਵਿੱਚ ਹੋਰ ਜ਼ਿਆਦਾ ਸਵਾਲ ਪੈਦਾ ਹੋਣੇ ਸ਼ੁਰੂ ਹੋ ਜਾਂਦੇ। ਤੁਸੀਂ ਕਿਹਾ ਕਿ ਰੀਜ਼ਨੇਬਲ ਪ੍ਰਾਈਸ ਤੇ ਹੈ, ਲੱਖਾਂ ਦੀ ਗੱਲ ਹੁੰਦੀ ਹੈ, ਲੱਖ ਦੀ ਗੱਲ ਅਸੀਂ ਵੀ ਕਰਾਂਗੇ ਲੇਕਿਨ ਉਹਨਾਂ ਲੱਖਾਂ ਦੀ ਨਹੀਂ ਕਰਾਂਗੇ, ਘੱਟ ਲੱਖਾਂ ਦੀ ਕਰਾਂਗੇ ਜੀ। ਤੁਹਾਡੇ ਰੀਜ਼ਨੇਬਲ ਜਿਹੜੇ ਪ੍ਰਾਈਸਿਸ ਹੈਗੇ ਉਹਦੇ ਪਿੱਛੇ ਦੀ ਵਜ੍ਹਾ ਕੀ ਹੈ? USA ਜਾ ਕੇ ਜਾਂ UK ਪੜ੍ਹਨਾ ਹੈ, ਉੱਥੇ ਇੱਕ ਤਾਂ ਉਹ ਇੰਟਰਨੈਸ਼ਨਲ ਸਟੂਡੈਂਟ ਤੋਂ ਪਹਿਲੇ ਹੀ ਡਬਲ ਜਾਂ ਟ੍ਰਿਪਲ ਫੀਸ ਲੈਂਦੇ ਆ। ਲੋਕਲ ਸਟੂਡੈਂਟ ਦੀ ਫੀਸ ਹੋਊਗੀ ਮੰਨ ਲਓ $4000 ਤੇ ਇੰਟਰਨੈਸ਼ਨਲ ਸਟੂਡੈਂਟ ਦੀ ਫੀਸ ਹੋਊਗੀ $8000। ਸੋ ਅਸੀਂ ਉਹ UK ਦੀ ਕੁਆਲੀਫਿਕੇਸ਼ਨ ਨੂੰ ਹੀ ਇੰਡੀਆ ਲੈ ਆਏ ਹਾਂ। ਸੋ ਜਿਹੜਾ ਬੱਚਾ ਇੱਥੇ ਪੜ੍ਹੇਗਾ ਉਹ ਇੰਟਰਨੈਸ਼ਨਲ ਐਜੂਕੇਸ਼ਨ ਪੜ੍ਹੇਗਾ ਔਰ ਉਹਨੂੰ ਸਰਟੀਫਿਕੇਸ਼ਨ ਜਿਹੜੀ ਮਿਲੇਗੀ ਉਹ ਪੀਅਰਸਨ BTEC ਤੋਂ ਮਿਲੇਗੀ। ਸਕਿੱਲਸ ਜਿਹੜੇ ਹੁੰਦੇ ਬਹੁਤ ਇੰਪੋਰਟੈਂਟ ਹੁੰਦੇ ਆ। ਸਾਡੇ ਬੱਚੇ ਜਿਹੜੇ ਹੈਗੇ ਨੇ ਜਦੋਂ ਉੱਥੇ ਪਹੁੰਚਦੇ ਨੇ ਮਾਤ ਹੀ ਇਸੇ ਗੱਲ ਕਰਕੇ ਖਾਂਦੇ ਆ, ਮਾਨਸਿਕਤਾ ਜਿਹੜੀ ਹੁੰਦੀ ਹੈ ਜਾਂ ਕਹਿ ਲਓ ਕਿ ਜਿਹੜਾ ਉਹਨਾਂ ਦਾ ਅੰਦਰ ਦਾ ਹੌਸਲਾ ਹੁੰਦਾ ਟੁੱਟਣਾ ਸ਼ੁਰੂ ਹੋ ਜਾਂਦਾ ਹੈ। ਇਹ ਪਾਥਵੇ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਸਮਝਾਓਗੇ ਕਿ ਤੁਹਾਡਾ ਫਾਇਦਾ ਹੋਣ ਜਾ ਰਿਹਾ? ਜਦੋਂ ਹੀ ਅਸੀਂ ਜਾ ਕੇ ਕਿਸੇ ਇੰਪਲੋਇਰ ਕੋ ਕਹਿੰਦੇ ਕਿ ਸਾਨੂੰ ਜੀ ਹੁਣ ਅਸੀਂ ਆਏ ਹਾਂ ਸਾਨੂੰ ਜੌਬ ਦਿਓ, ਉਹ ਕਹਿੰਦਾ ਅੱਛਾ ਸੈਲਵਰ ਚੁੱਕੋ। ਸਾਨੂੰ ਪਤਾ ਹੀ ਨਹੀਂ ਸੈਲਵਰ ਕਿਹਨੂੰ ਕਹਿੰਦੇ ਆ, ਸਾਨੂੰ ਆਪਣੇ ਟ੍ਰੇਡ ਦਾ ਸਕਿੱਲ ਦਾ ਕੁਝ ਪਤਾ ਹੀ ਨਹੀਂ। ਤਾਂ ਕਹਿੰਦਾ ਅੱਛਾ ਤੁਹਾਨੂੰ ਕੁਝ ਪਤਾ ਨਹੀਂ, ਚਲੋ DC ਲੱਗ ਜਾਓ। ਸੋ DC ਤਾਂ ਸਾਡੇ ਇੱਥੇ ਤਾਂ ਬੜੀ ਵੱਡੀ ਜੌਬ ਹੈ, ਉੱਥੇ ਉਹਨੂੰ ਡਿਸ਼ ਕਲੀਨਰ ਕਹਿੰਦੇ ਆ। ਤਾਂ ਬਰਤਨ ਧੋਣ ਦਾ ਕੰਮ ਸ਼ੁਰੂ ਕਰਦਾ, ਬੱਚੇ ਦੀ ਉੱਥੇ ਹੀ ਮੋਟੀਵੇਸ਼ਨ ਟੁੱਟ ਜਾਂਦੀ ਹੈ, ਮੈਂ ਕਿਹੜੇ ਦੇਸ਼ ਆ ਗਿਆ, ਕੀ ਫੜ ਲਿਆ। ਸੋ ਅਗਰ ਬੱਚੇ ਗਲੋਬਲ ਪਾਥਵੇ ਪ੍ਰੋਗਰਾਮ ਇੱਥੋਂ ਫਸਟ ਈਅਰ ਐਜੂਕੇਸ਼ਨ ਲੈ ਕੇ ਜਾਂਦੇ ਹੈ, ਅਸੀਂ ਇੱਥੇ ਉਹਨਾਂ ਨੂੰ 60% ਸਕਿੱਲ ਡਿਵੈਲਪਮੈਂਟ ਦੇ ਕੰਮ ਕਰਦੇ ਹਾਂ। ਸੋ ਉਹਨਾਂ ਨੂੰ ਥਿਓਰੀ ਪ੍ਰੈਕਟੀਕਲਸ ਇੱਥੇ ਹੀ ਸਾਡੀਆਂ ਲੈਬਸ ਇੰਸਟੀਟਿਊਸ਼ਨ ਦੇ ਅੰਦਰ ਟ੍ਰੇਨ ਕੀਤਾ ਜਾਂਦਾ ਹੈ। ਉਹਨਾਂ ਨੂੰ ਇੰਡਸਟਰੀ ਐਕਸਪੀਰੀਅੰਸ ਕਰਾਇਆ ਜਾਂਦਾ ਹੈ। ਉਹਨਾਂ ਨੂੰ 2 ਤੋਂ 3 ਮਹੀਨੇ ਦਾ ਪਾਰਟ ਜਿਹੜਾ ਹੈਗਾ ਹੋਟਲ ਦੇ ਅੰਦਰ, ਜੇ ਹੋਟਲ ਮੈਨੇਜਮੈਂਟ ਦਾ ਸਟੂਡੈਂਟ ਹੈ, ਜੇ ਬਿਜ਼ਨਸ ਦਾ ਸਟੂਡੈਂਟ ਹੈ ਤਾਂ ਕਿਸੇ ਬਿਜ਼ਨਸ ਸਟੋਰ ਦੇ ਅੰਦਰ ਉਹਨਾਂ ਨੂੰ ਇੱਕ ਪ੍ਰੈਕਟੀਕਲ ਪਹਿਲੇ ਹੀ ਕਰਾਇਆ ਜਾਂਦਾ ਹੈ। ਸੋ ਜਿਵੇਂ ਹੀ ਬੱਚੇ ਫਿਰ ਸੈਕੰਡ ਈਅਰ ਉੱਥੇ ਪਹੁੰਚਦੇ ਆ, ਉਹਨਾਂ ਕੋਲ ਇੱਕ ਕੌਨਫੀਡੈਂਸ ਹੁੰਦਾ ਹੈ, ਉਹਨਾਂ ਨੂੰ ਪਤਾ ਹੁੰਦਾ ਸਾਨੂੰ ਆਪਣਾ ਇਸ ਟ੍ਰੇਡ ਦਾ ਪਤਾ ਹੈ। ਉਹ ਕਿਸੇ ਵੀ ਇੰਪਲੋਇਰ ਨੂੰ ਮਿਲਦੇ ਆ, ਇੰਪਲੋਇਰ ਨੂੰ 2 ਕੁਐਸਚਨ ਪੁੱਛਦਾ, ਉਹਨਾਂ ਨੂੰ ਬੇਸਿਕ ਸਾਰੇ ਆਉਂਦੇ ਆ। ਇੰਪਲੋਇਰ ਨਾ ਸਿਰਫ ਉਹਨਾਂ ਨੂੰ ਪ੍ਰੈਫਰੈਂਸ ਦਿੰਦਾ ਜੌਬ ਦੇ ਵਿੱਚ, ਨਾਲ ਦੀ ਨਾਲ ਉਹਨਾਂ ਨੂੰ ਵੇਜ ਰੇਟ ਵੀ ਹਾਈ ਦਿੰਦਾ ਹੈ। ਸੋ ਆਰਟਸ ਦੇ ਸਟੂਡੈਂਟਸ ਲਈ ਵਰਲਡ ਓਵਰ ਬਹੁਤ ਕਰੀਅਰ ਪ੍ਰੋਗਰਾਮਸ ਹੈਗੇ ਹੈ। ਐਜੂਕੇਸ਼ਨ ਇੱਕ ਬਹੁਤ ਵੱਡਾ ਪ੍ਰੋਗਰਾਮ ਹੈਗਾ, ਲਾਅ ਐਂਡ ਕ੍ਰਿਮੀਨੋਲੋਜੀ ਪੁਲਿਸਿੰਗ ਇੱਕ ਬਹੁਤ ਵੱਡਾ ਪ੍ਰੋਗਰਾਮ ਹੈਗਾ। USA ਦੀਆਂ ਸਾਡਾ 109 ਯੂਨੀਵਰਸਿਟੀਆਂ ਨਾਲ MOU ਹੈਗਾ। ਆਈ ਹੈਵ ਦੀ ਕੰਪਲੀਟ ਲਿਸਟ, ਤੁਸੀਂ ਮੇਰੇ ਆਫਿਸ ਆਓਗੇ ਤਾਂ ਵੀ ਕੈਨ ਸ਼ੇਅਰ ਵਿਦ ਯੂ। 109 ਯੂਨੀਵਰਸਿਟੀਆਂ ਸਾਡੇ ਕੋਲ USA ਦੀਆਂ ਹੈਗੀਆਂ ਜਿਹੜੀਆਂ ਇਸ ਗਲੋਬਲ ਪਾਥਵੇ ਪ੍ਰੋਗਰਾਮ ਦੇ ਨਾਲ ਅਸੈਪਟ ਕਰਦੀਆਂ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਖੈਰ ਮਖਤਮ। ਮੇਰਾ ਨਾਮ ਹੈ ਲੰਕੇਸ਼ ਚਰਖਾ, ਹਮੇਸ਼ਾ ਦੀ ਤਰ੍ਹਾਂ ਤੁਹਾਡਾ ਇਸਤਕਬਾਲ ਕਰਦਾ। ਅੱਜ ਇੱਕ ਛੋਟਾ ਜਿਹਾ ਕਿੱਸਾ ਸੁਣਾਵਾਂਗਾ, ਇੱਕ ਛੋਟੀ ਜਿਹੀ ਕਹਾਣੀ ਸੁਣਾਵਾਂਗਾ, ਉਸ ਤੋਂ ਬਾਅਦ ਸ਼ੁਰੂਆਤ ਕਰਾਂਗਾ। ਬਚਪਨ ਦੇ ਵਿੱਚ ਇੱਕ ਪੂਰੀ ਅੰਕਲ ਹੋਇਆ ਕਰਦੇ ਸੀਗੇ। ਹੁਣ ਤਾਂ ਖੈਰ ਉਮਰ ਦਰਾਜ਼ ਹੋ ਗਏ, ਲੇਕਿਨ ਜਦੋਂ ਮੈਂ ਬਚਪਨ ਦੇ ਵਿੱਚ ਸੀਗਾ ਤਾਂ ਸਾਡੇ ਮਨਾਂ ਦੇ ਵਿੱਚ ਬੜੀ ਉਤਸੁਕਤਾ ਹੋਇਆ ਕਰਦੀ ਸੀਗੀ ਕਿ ਕਦੋਂ ਪੂਰੀ ਅੰਕਲ ਗਲੀ ਦੇ ਵਿੱਚੋਂ ਲੰਘਣਗੇ ਤੇ ਕਦੋਂ ਅਸੀਂ ਪੂਰੀ ਅੰਕਲ ਨੂੰ ਫੜ ਲਾਂਗੇ, ਕਿਉਂਕਿ ਪੂਰੀ ਅੰਕਲ ਦੇ ਜੇਬ 'ਚ ਹੁੰਦੀਆਂ ਸੀਗੀਆਂ ਸੰਤਰੀ ਟੌਫੀਆਂ। ਸਾਰੇ ਬੱਚੇ ਜਿਹੜੇ ਹੋਇਆ ਕਰਦੇ ਸੀਗੇ ਜਿਵੇਂ ਪੂਰੀ ਅੰਕਲ ਨੂੰ ਦੇਖਿਆ ਕਰਦੇ ਸੀ ਤਾਂ ਭੱਜ ਕੇ ਪੂਰੀ ਅੰਕਲ ਵੱਲ ਹੋ ਜਾਇਆ ਕਰਦੇ ਸੀਗੇ ਤੇ ਪੂਰੀ ਅੰਕਲ ਉਹਨਾਂ ਦੇ ਹੱਥਾਂ ਦੇ ਵਿੱਚ ਉਹ ਸੰਤਰੀ ਟੌਫੀਆਂ ਫੜਾ ਦਿਆ ਕਰਦੇ ਸੀਗੇ। ਇਹ ਛੋਟਾ ਜਿਹਾ ਕਿੱਸਾ ਸੁਣਾਉਣ ਦੇ ਪਿੱਛੇ ਇਹ ਮਕਸਦ ਹੈਗਾ ਕਿਉਂਕਿ ਸਾਡੇ ਸਟੂਡੀਓ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਮਹਿਮਾਨ ਜੁੜੇ ਆ। ਮਹਿਮਾਨ ਨਹੀਂ ਕਹਾਂਗਾ, ਹੁਣ ਤਾਂ ਆਪਣੇ ਹੋ ਗਏ ਆ, ਕਿਉਂਕਿ ਤੁਹਾਡੇ ਸਵਾਲਾਂ ਦੇ ਜਵਾਬ ਜਿੰਨੇ ਕੁ ਵੀ ਹੁੰਦੇ ਆ ਉਹਨਾਂ ਕੋਲੋਂ ਤੁਹਾਡੇ ਤੱਕ ਪਹੁੰਚਾਈਦਾ, ਮੁਹੱਈਆ ਕਰਵਾਈਦੇ ਆ। ਕ੍ਰੋਸਲੈਂਡ ਇਮੀਗ੍ਰੇਸ਼ਨ ਤੋਂ ਮੇਰੇ ਨਾਲ ਨੇ ਡੀਜੇ ਸਿੰਘ ਜੀ। ਸਰ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਸਾਰੇ ਦਰਸ਼ਕਾਂ ਨੂੰ ਬੜਾ ਹੀ ਇੱਕ ਦਿਲਚਸਪ ਜਿਹਾ ਪ੍ਰੋਗਰਾਮ ਲੈ ਕੇ ਆਏ ਹੋ ਜਿਹਨੂੰ ਪਾਥਵੇ ਦਾ ਨਾਮ ਦਿੱਤਾ ਤੁਸੀਂ। ਬੇਸਿਕ ਤੋਂ ਜਾਣਨਾ ਚਾਹਾਂਗਾ ਤਾਂ ਕਿ ਜਿਹੜੀ ਸਾਡੀ ਆਡੀਅנס ਹੈਗੀ ਆ ਨਾ, ਉਹਦੇ ਜਿੰਨੇ ਵੀ ਸਵਾਲ ਦਿਮਾਗ ਦੇ ਵਿੱਚ ਹੋਣ ਉਹਨਾਂ ਦੇ ਜਵਾਬ ਤੁਸੀਂ ਦੇ ਦਿਓ।
ਅੰਕਿਤ ਜੀ, ਮੈਨੂੰ ਬਹੁਤ ਖੁਸ਼ੀ ਹੈ ਅੱਜ ਸਾਰਿਆਂ ਨਾਲ ਸਾਂਝੀ ਕਰਨ ਦੇ ਵਿੱਚ ਕਿ ਅਸੀਂ ਜੋ ਕ੍ਰਾਸਲੈਂਡ ਐਜੂਕੇਸ਼ਨ ਹੈ ਔਰ ਵਿਦਿਆ ਜੋਤੀ ਯੂਨੀਵਰਸਿਟੀ ਸਾਡਾ ਜੋ ਅਦਾਰੇ ਹੈਗੇ ਹੈ, ਅਸੀਂ ਵਰਲਡ ਦੀ ਸਭ ਤੋਂ ਵੱਡੀ ਕੰਪਨੀ ਪੀਅਰਸਨ ਐਜੂਕੇਸ਼ਨ ਦੇ ਨਾਲ ਮਿਲ ਕੇ ਵਰਲਡ ਦਾ ਸਭ ਤੋਂ ਵੱਡਾ ਪਾਥਵੇ ਪ੍ਰੋਗਰਾਮ, ਗਲੋਬਲ ਪ੍ਰੋਗਰਾਮ ਲੈ ਕੇ ਆਏ ਹਾਂ। ਸੋ ਉਹ ਪੰਜਾਬ ਦੇ ਵਿੱਚ ਪਹਿਲੇ ਕਿਸੇ ਜਗ੍ਹਾ ਤੇ ਅਵੇਲੇਬਲ ਨਹੀਂ ਹੈ, ਇਸ ਤਰ੍ਹਾਂ ਦਾ ਪ੍ਰੋਗਰਾਮ ਆਪਣੇ ਪੂਰੇ ਨਾਰਥ ਰੀਜਨ 'ਚ ਨਹੀਂ ਹੈ। ਸੋ ਇਹਦਾ ਐਡਵਾਂਟੇਜ ਜੋ ਸਾਡੇ ਪੰਜਾਬ ਦੇ ਬੱਚਿਆਂ ਨੂੰ ਮਿਲਣ ਵਾਲਾ ਬਹੁਤ ਵੱਡਾ ਹੈ। ਸੋ ਉਹਦਾ ਐਡਵਾਂਟੇਜ ਸਭ ਤੋਂ ਪਹਿਲਾਂ ਇਹ ਹੈ ਜੀ ਕਿ ਤੁਸੀਂ ਜਿਹੜੇ ਬੱਚੇ ਸਾਡੇ ਰਿਫਿਊਜ਼ਲਸ ਕਰਕੇ ਪਰੇਸ਼ਾਨ ਹਨ, ਗੈਪ ਕਰਕੇ ਪਰੇਸ਼ਾਨ ਹਨ, ਜਾਂ ਉਹਨਾਂ ਦੇ ਮਾਰਕਸ ਘੱਟ ਹੈਗੇ ਹੈ, ਜਾਂ ਬਿਜ਼ਨਸ ਮੈਨੇਜਮੈਂਟ ਦੇ ਸਟੂਡੈਂਟ ਹੈ, ਉਹਨਾਂ ਕੋਲ ਮੈਥ ਨਹੀਂ ਹੈ ਔਰ ਆਪਣੇ ਉਹ ਇੰਟਰਨੈਸ਼ਨਲ ਅੱਛੀ ਯੂਨੀਵਰਸਿਟੀਆਂ 'ਚ ਪੜ੍ਹਨਾ ਚਾਹੁੰਦੇ ਹੈ, ਬਟ ਕਿਸੇ ਕਰਕੇ ਡਿਊਰਿੰਗ ਦੇਅਰ ਇਨੀਸ਼ੀਅਲ ਸਟੇਜਸ ਆਫ ਐਜੂਕੇਸ਼ਨ ਉਹ ਆਪਣੀ ਪੂਰੀ ਪੜ੍ਹਾਈ ਪ੍ਰੋਪਰਲੀ ਨਹੀਂ ਕਰ ਪਾਏ ਹੈ। ਸੋ ਉਹ ਇਸ ਗਲੋਬਲ ਪਾਥਵੇ ਪ੍ਰੋਗਰਾਮ ਦਾ ਬੈਨੀਫਿਟ ਲੈ ਕੇ ਅੱਗੇ ਵੱਧ ਸਕਦੇ ਹੈ। ਔਰ ਇਸ ਸਭ ਤੋਂ ਵੱਡੇ ਗਲੋਬਲ ਪਾਥਵੇ ਦਾ ਪ੍ਰੋਗਰਾਮ ਦਾ ਜਿਹੜਾ ਬੈਨੀਫਿਟ ਹੈ ਜੀ ਕਿ ਅਸੀਂ ਇੱਕ ਫੀਸ ਜਿਹੜੀ ਹੈ ਉਹ ਬੜੀ ਰੀਜ਼ਨੇਬਲ ਫੀਸ ਦੇ ਨਾਲ ਐਜੂਕੇਸ਼ਨ ਪ੍ਰੋਵਾਈਡ ਕਰਨ ਲੱਗੇ ਹਾਂ। ਸੋ ਜਨਰਲੀ ਆਪਾਂ ਸਮਝਦੇ ਹਾਂ ਕਿ ਇੰਟਰਨੈਸ਼ਨਲ ਐਜੂਕੇਸ਼ਨ ਹੈ ਮਹਿੰਗੀ ਹੋਏਗੀ, ਲੱਖਾਂ 'ਚ ਹੋਏਗੀ ਫੀਸ। ਹਾਂਜੀ, ਲੱਖਾਂ ਦਾ ਹੈ ਬਟ ਬਹੁਤ ਥੋੜ੍ਹੇ ਲੱਖ ਹੈਗੇ ਹੈ। ਸੋ ਇਹਦੀ ਫੀਸ ਜਿਹੜੀ ਹੈ ਯੂਜਲੀ ਜਿਹੜੀ ਇੰਟਰਨੈਸ਼ਨਲ ਐਜੂਕੇਸ਼ਨ 8 ਤੋਂ 10 ਲੱਖ 11 ਲੱਖ ਹੁੰਦੀ ਹੈ। ਅਸੀਂ ਇੱਥੇ ਬੜੀ ਹੀ ਰੀਜ਼ਨੇਬਲ ਫੀਸ ਦੇ ਵਿੱਚ ਬੱਚਿਆਂ ਨੂੰ ਗਲੋਬਲ ਐਜੂਕੇਸ਼ਨ ਪ੍ਰੋਗਰਾਮ ਡਿਲੀਵਰ ਕਰਨ ਲੱਗੇ ਹਾਂ। ਸੋ ਉਹਦੇ ਹੋਰ ਮਲਟੀਪਲ ਬੈਨੀਫਿਟਸ ਹੈਗੇ ਆ। ਉਹਨਾਂ ਦੇ ਵਿੱਚ ਇੱਕ ਬੈਨੀਫਿਟ ਹੈ ਕਿ ਤੁਸੀਂ ਆਪਣਾ ਫਸਟ ਈਅਰ ਇੱਥੇ ਪੜ੍ਹਦੇ ਹੋ ਔਰ ਸੈਕੰਡ ਈਅਰ ਲਈ ਤੁਹਾਡੇ ਕੋਲ ਪੂਰੀ ਫਲੈਕਸੀਬਿਲਿਟੀ ਹੈ। ਤੁਸੀਂ 21 ਕੰਟਰੀਜ਼ 348 ਯੂਨੀਵਰਸਿਟੀਜ਼ ਟੌਪ ਯੂਨੀਵਰਸਿਟੀਜ਼ ਦੇ ਵਿੱਚ ਆਪਣੀ ਨੈਕਸਟ ਈਅਰ ਟ੍ਰਾਂਸਫਰ ਲੈ ਸਕਦੇ ਹੋ। ਡੀਜੇ ਸਿੰਘ ਜੀ, ਜਦੋਂ ਅਸੀਂ ਕੋਈ ਚੀਜ਼ ਸਸਤੀ ਦਿੰਦੇ ਆ ਨਾ ਕਿਸੇ ਨੂੰ, ਤਾਂ ਲੋਕਾਂ ਦੇ ਦਿਮਾਗ ਦੇ ਵਿੱਚ ਹੋਰ ਜ਼ਿਆਦਾ ਸਵਾਲ ਪੈਦਾ ਹੋਣੇ ਸ਼ੁਰੂ ਹੋ ਜਾਂਦੇ। ਤੁਸੀਂ ਕਿਹਾ ਕਿ ਰੀਜ਼ਨੇਬਲ ਪ੍ਰਾਈਸ ਤੇ ਹੈ, ਲੱਖਾਂ ਦੀ ਗੱਲ ਹੁੰਦੀ ਹੈ, ਲੱਖ ਦੀ ਗੱਲ ਅਸੀਂ ਵੀ ਕਰਾਂਗੇ ਲੇਕਿਨ ਉਹਨਾਂ ਲੱਖਾਂ ਦੀ ਨਹੀਂ ਕਰਾਂਗੇ, ਘੱਟ ਲੱਖਾਂ ਦੀ ਕਰਾਂਗੇ ਜੀ। ਤੁਹਾਡੇ ਰੀਜ਼ਨੇਬਲ ਜਿਹੜੇ ਪ੍ਰਾਈਸਿਸ ਹੈਗੇ ਉਹਦੇ ਪਿੱਛੇ ਦੀ ਵਜ੍ਹਾ ਕੀ ਹੈ? ਵਜ੍ਹਾ ਹੈ ਕਿ ਸਾਡਾ ਜਿਹੜਾ ਟੀਚਿੰਗ ਕਾਸਟ ਹੈਗੀ ਹੈ, ਜਿੱਥੇ ਆਪਾਂ USA ਜਾ ਕੇ ਜਾਂ UK ਪੜ੍ਹਨਾ ਹੈ, ਉੱਥੇ ਇੱਕ ਤਾਂ ਉਹ ਇੰਟਰਨੈਸ਼ਨਲ ਸਟੂਡੈਂਟ ਤੋਂ ਪਹਿਲੇ ਹੀ ਡਬਲ ਜਾਂ ਟ੍ਰਿਪਲ ਫੀਸ ਲੈਂਦੇ ਹੈ। ਲੋਕਲ ਸਟੂਡੈਂਟ ਦੀ ਫੀਸ ਹੋਊਗੀ ਮੰਨ ਲਓ $4000 ਤੇ ਇੰਟਰਨੈਸ਼ਨਲ ਸਟੂਡੈਂਟ ਦੀ ਫੀਸ ਹੋਊਗੀ $8000। ਸਿਮਿਲਰਲੀ ਉਹਨਾਂ ਲਈ ਇੱਕ ਬਿਜ਼ਨਸ ਇਕੋਨਮੀ ਹੈ ਜੋ ਕਿ ਅਸੀਂ ਇਸ ਟਾਈਮ 'ਤੇ ਬੱਚਿਆਂ ਨੂੰ ਉਹ ਬੈਨੀਫਿਟ ਐਜ਼ ਏ ਇਕੋਨਮੀ ਨੂੰ ਨਹੀਂ ਲੈ ਕੇ ਆਪਾਂ ਇੱਕ ਰੀਜ਼ਨੇਬਲ ਫੀ 'ਤੇ ਕੰਮ ਕਰੀਦਾ। ਉੱਥੇ ਉਹਨਾਂ ਦੀ ਟੀਚਿੰਗ ਕਾਸਟ ਬਹੁਤ ਜ਼ਿਆਦਾ ਹੈ। ਸੋ ਅਸੀਂ ਉਹ ਟੀਚਿੰਗ ਕਾਸਟ ਇੰਡੀਅਨ ਟੀਚਰ ਸਾਡੇ ਇੰਟਰਨੈਸ਼ਨਲੀ ਸਰਟੀਫਾਈਡ ਹੈ, ਬਟ ਉਹਨਾਂ ਦੀ ਉਹ ਟੀਚਿੰਗ ਕਾਸਟ ਸਾਡੀ ਸੈਲਰੀਜ਼ ਉਸ ਹਿਸਾਬ ਨਾਲ ਨਹੀਂ ਹੁੰਦੀਆਂ ਜੋ ਇੰਟਰਨੈਸ਼ਨਲ ਯੂਨੀਵਰਸਿਟੀਜ਼ ਦੇ ਵਿੱਚ ਪ੍ਰੋਗਰਾਮ ਹੁੰਦੀਆਂ। ਸੋ ਇਸ ਤਰੀਕੇ ਨਾਲ ਅਸੀਂ ਕਾਸਟ ਨੂੰ ਕਾਫੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਬੜਾ ਭਾਰਾ ਜਿਹਾ ਨਾਮ ਲਿੱਤਾ ਤੁਸੀਂ, ਪੀਅਰਸਨ BTech। ਥੋੜ੍ਹਾ ਉਹਦੇ ਬਾਰੇ ਤਫਸੀਲ ਕਰੋ, ਕੀ ਹੈ ਉਹ ਚੀਜ਼? ਪੀਅਰਸਨ ਅਸੀਂ ਸਾਰੇ ਜਾਣਦੇ ਹਾਂ, ਬਹੁਤ ਮਸ਼ਹੂਰ ਕੰਪਨੀ ਹੈ ਪੰਜਾਬ ਦੇ ਵਿੱਚ ਵੀ, ਵਰਲਡ ਦੀ ਨੰਬਰ 1 ਐਜੂਕੇਸ਼ਨ ਕੰਪਨੀ ਹੈ। ਪੀਅਰਸਨ ਨੂੰ ਪੰਜਾਬ ਦੇ ਵਿੱਚ ਜਾਂ ਆਪਣੇ ਨਾਰਥ ਰੀਜਨ 'ਚ ਜਿਹੜੀ ਪੋਪੂਲੈਰਿਟੀ ਦੇ ਨਾਮ ਤੋਂ ਜਾਣਿਆ ਜਾਂਦਾ, ਉਹ PTE ਦੇ ਨਾਮ ਤੋਂ ਜਾਣਿਆ ਜਾਂਦਾ। ਜਿਸ ਤਰ੍ਹਾਂ ਆਈਲੈਟਸ ਦਾ ਟੈਸਟ ਹੈ ਉਸ ਤਰ੍ਹਾਂ PTE ਦਾ ਟੈਸਟ ਹੈ। ਸੋ ਪੀਅਰਸਨ ਟੈਸਟ ਆਫ ਇੰਗਲਿਸ਼ ਜੋ ਬੱਚੇ ਕਰਦੇ ਹੈ, ਉਸੇ ਕੰਪਨੀ ਦਾ ਹੀ ਇਹ ਇੱਕ ਨਵਾਂ ਅਲੱਗ ਤੋਂ ਡਿਵੀਜ਼ਨ ਹੈ ਵਿਚ ਇਜ਼ ਵੈਰੀ ਓਲਡ ਡਿਵੀਜ਼ਨ, ਬਹੁਤ ਰਿਪਿਊਟਡ ਡਿਵੀਜ਼ਨ ਹੈ ਜਿਹਨੂੰ BTEC ਦੇ ਨਾਮ ਤੋਂ ਵਰਲਡ ਓਵਰ ਜਾਣਿਆ ਜਾਂਦਾ ਹੈ, ਵਿਚ ਇਜ਼ ਬਿਜ਼ਨਸ ਟੈਕਨੀਕਲ ਐਜੂਕੇਸ਼ਨ ਕਾਉਂਸਿਲ। ਪੀਅਰਸਨ BTEC UK ਦੀ ਸਭ ਤੋਂ ਵੱਡੀ ਐਜੂਕੇਸ਼ਨ ਪ੍ਰੋਵਾਈਡਰ ਹੈ। ਉਹਨਾਂ ਕੋਲ ਲੈਵਲ 1 ਤੋਂ ਲੈ ਕੇ ਲੈਵਲ 7 ਤੱਕ ਦੀਆਂ ਐਜੂਕੇਸ਼ਨ ਦੀਆਂ ਡਿਗਰੀ ਅਵਾਰਡ ਕਰਨ ਦੀ ਗੌਰਮੈਂਟ ਆਫ UK ਨੇ ਉਹਨਾਂ ਨੂੰ ਅਥਾਰਟੀ ਦਿੱਤੀ ਹੈ। ਆਫ ਕੋਲ ਅਪਰੂਵਡ ਹੈਗੇ ਹੈ ਐਂਡ ਦੇ ਹੈਵ ਦੀ ਮੈਂਡੇਟ ਕਿ ਉਹ ਆਪਣੀ ਜਿਹੜੀ ਐਜੂਕੇਸ਼ਨ ਹੈ ਪੂਰੇ ਵਰਲਡ ਵਿੱਚ ਦੇ ਸਕਦੇ ਆ। ਸੋ ਜਿਹੜੀ ਇੰਡੀਆ ਦੀ ਵੀ ਗੌਰਮੈਂਟ ਦੀ ਨਵੀਂ ਐਜੂਕੇਸ਼ਨ ਪਾਲਿਸੀ ਆ ਰਹੀ ਹੈ NEP 2020, ਉਹਦੇ ਵਿੱਚ ਵੀ ਸੇਮ ਮਾਡਲ ਨੂੰ ਅਡਾਪਟ ਕੀਤਾ ਹੋਇਆ। ਹੁਣ ਸਾਡੀ ਵੀ ਐਜੂਕੇਸ਼ਨ ਜਿਹੜੀ ਹੈ 9th ਔਨਵਰਡਸ ਵੋਕੇਸ਼ਨਲ ਐਜੂਕੇਸ਼ਨ ਨੂੰ ਗੌਰਮੈਂਟ ਕਹਿ ਰਹੀ ਹੈ। ਸੋ ਲੈਵਲ 1 ਤੋਂ ਲੈ ਕੇ ਲੈਵਲ 7 ਤੱਕ ਦਾ ਜਿਹੜਾ ਮਾਡਲ ਇੰਡੀਆ ਵੀ ਅਡਾਪਟ ਕਰ ਰਿਹਾ, ਉਹ ਸਾਰਾ ਦਾ ਸਾਰਾ ਪੀਅਰਸਨ BTEC ਤੋਂ ਅਡਾਪਟ ਕੀਤਾ ਜਾ ਰਿਹਾ। UK ਮਾਡਲ ਲੈ ਕੇ ਆ ਰਹੀ ਹੈ ਗੌਰਮੈਂਟ ਆਫ ਇੰਡੀਆ। ਸੋ ਅਸੀਂ ਉਹ UK ਦੀ ਕੁਆਲੀਫਿਕੇਸ਼ਨ ਨੂੰ ਹੀ ਇੰਡੀਆ ਲੈ ਆਏ ਹਾਂ। ਸੋ ਜਿਹੜਾ ਬੱਚਾ ਇੱਥੇ ਪੜ੍ਹੇਗਾ ਉਹ ਇੰਟਰਨੈਸ਼ਨਲ ਐਜੂਕੇਸ਼ਨ ਪੜ੍ਹੇਗਾ ਔਰ ਉਹਨੂੰ ਸਰਟੀਫਿਕੇਸ਼ਨ ਜਿਹੜੀ ਮਿਲੇਗੀ ਉਹ ਪੀਅਰਸਨ BTEC ਤੋਂ ਮਿਲੇਗੀ ਔਰ ਵਿਚ ਵਿਲ ਬੀ ਡਿਊਲੀ ਰਿਕਗਨਾਈਜ਼ਡ ਬਾਈ ਆਫਕੋਲ ਵਿਚ ਇਜ਼ UK ਆਫ ਗੌਰਮੈਂਟ ਦਾ ਜਿਹੜਾ ਡਿਪਾਰਟਮੈਂਟ ਹੈ, ਉਹਦੀ ਸਟੈਂਪ ਦੇ ਨਾਲ ਉਹਨਾਂ ਨੂੰ ਬੱਚਿਆਂ ਨੂੰ ਉਹ ਸਰਟੀਫਿਕੇਟ ਮਿਲਣਗੇ। ਵਿਆਹ ਹੋ ਗਿਆ, ਮਾਂ ਪਿਓ ਨੂੰ ਲੈ ਆਏ, ਨੂੰ ਬਾਰੇ ਪਤਾ ਹੈਗਾ ਕਿ ਖਾਣਾ ਬਣਾਉਣਾ ਨਹੀਂ ਆਉਂਦਾ, ਪਰ ਪਹਿਲੇ ਦਿਨ ਕਿਚਨ 'ਚ ਭੇਜਤਾ ਕਿ ਜਾ ਕੇ ਖਾਣਾ ਬਣਾਓ ਕਿਉਂਕਿ ਘਰੇ ਜਿਹੜੇ ਹੈਗੇ ਨੇ ਮਹਿਮਾਨ ਆਏ, ਉਹਨਾਂ ਦੀ ਮਹਿਮਾਨ ਨਵਾਜ਼ੀ ਕਰਨੀ ਹੈ। ਸਕਿੱਲਸ ਜਿਹੜੇ ਹੁੰਦੇ ਬਹੁਤ ਇੰਪੋਰਟੈਂਟ ਹੁੰਦੇ ਆ। ਸਾਡੇ ਬੱਚੇ ਜਿਹੜੇ ਹੈਗੇ ਨੇ ਜਦੋਂ ਉੱਥੇ ਪਹੁੰਚਦੇ ਨੇ, ਮਾਤ ਹੀ ਇਸੇ ਗੱਲ ਕਰਕੇ ਖਾਂਦੇ ਆ, ਮਾਨਸਿਕਤਾ ਜਿਹੜੀ ਹੁੰਦੀ ਹੈ ਜਾਂ ਕਹਿ ਲਓ ਕਿ ਜਿਹੜਾ ਉਹਨਾਂ ਦਾ ਅੰਦਰ ਦਾ ਹੌਸਲਾ ਹੁੰਦਾ ਟੁੱਟਣਾ ਸ਼ੁਰੂ ਹੋ ਜਾਂਦਾ। ਬਿਲਕੁਲ। ਇਹ ਪਾਥਵੇ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਸਮਝਾਓਗੇ ਕਿ ਤੁਹਾਡਾ ਫਾਇਦਾ ਹੋਣ ਜਾ ਰਿਹਾ? ਬਿਲਕੁਲ ਜੀ, ਮੈਂ ਵੀ ਸਟੂਡੈਂਟ ਦੇ ਤੌਰ 'ਤੇ ਅੱਜ ਤੋਂ 20 ਸਾਲ ਪਹਿਲੇ ਗਿਆ ਸੀਗਾ ਅਤੇ ਅਸੀਂ ਵੀ ਇਹ ਚੀਜ਼ ਦੇਖੀ। ਅਸੀਂ ਉੱਥੇ ਇੱਕ ਸਟੂਡੈਂਟ ਮੰਨ ਲਓ ਹੋਟਲ ਮੈਨੇਜਮੈਂਟ ਕਰਨ ਜਾ ਰਹੇ ਹਾਂ, ਅਸੀਂ ਕਾਲਜ ਜਾਂਦੇ ਹਾਂ, ਹੋਟਲ ਮੈਨੇਜਮੈਂਟ ਦੀ ਐਡਮਿਸ਼ਨ ਲੈਂਦੇ ਹਾਂ, ਬੜੀ ਤਮੰਨਾ ਨਾਲ ਆਪਾਂ ਵੀਜ਼ਾ ਲੈ ਕੇ ਉਸ ਦੇਸ਼ ਪਹੁੰਚੇ ਹਾਂ, ਮਾਂ ਬਾਪ ਨੇ ਖੁਸ਼ੀ ਭੇਜਿਆ, ਪੈਸੇ ਫੀਸਾਂ ਭਰੀਆਂ,
ਲੇਕਿਨ ਜਦੋਂ ਸਾਨੂੰ ਜਿਹੜਾ 20 ਆਵਰਸ ਪਰ ਵੀਕ ਜਿਹੜਾ ਸਾਨੂੰ ਕੰਮ ਲੈਣਾ ਹੁੰਦਾ ਹੈ ਆਪਣੀ ਲਿਵਿੰਗ ਕਾਸਟ ਤੇ ਹੋਰ ਐਕਸਪੀਰੀਅੰਸ ਲੈਣ ਲਈ, ਜਦੋਂ ਹੀ ਅਸੀਂ ਜਾ ਕੇ ਕਿਸੇ ਇੰਪਲੋਇਰ ਕੋ ਕਹਿੰਦੇ ਕਿ ਸਾਨੂੰ ਜੀ ਹੁਣ ਅਸੀਂ ਆਏ ਹਾਂ ਸਾਨੂੰ ਜੌਬ ਦਿਓ, ਉਹ ਕਹਿੰਦਾ ਅੱਛਾ ਸੈਲਵਰ ਚੁੱਕੋ। ਸਾਨੂੰ ਪਤਾ ਹੀ ਨਹੀਂ ਸੈਲਵਰ ਕਿਹਨੂੰ ਕਹਿੰਦੇ ਆ, ਸਾਨੂੰ ਆਪਣੇ ਟ੍ਰੇਡ ਦਾ ਸਕਿੱਲ ਦਾ ਕੁਝ ਪਤਾ ਹੀ ਨਹੀਂ। ਤਾਂ ਕਹਿੰਦਾ ਅੱਛਾ ਤੁਹਾਨੂੰ ਕੁਝ ਪਤਾ ਨਹੀਂ, ਚਲੋ DC ਲੱਗ ਜਾਓ। ਸੋ DC ਤਾਂ ਸਾਡੇ ਇੱਥੇ ਤਾਂ ਬੜੀ ਵੱਡੀ ਜੌਬ ਹੈ, ਉੱਥੇ ਉਹਨੂੰ ਡਿਸ਼ ਕਲੀਨਰ ਕਹਿੰਦੇ ਆ। ਤਾਂ ਬਰਤਨ ਧੋਣ ਦਾ ਕੰਮ ਸ਼ੁਰੂ ਕਹਿੰਦਾ, ਬੱਚੇ ਦੀ ਉੱਥੇ ਹੀ ਮੋਟੀਵੇਸ਼ਨ ਟੁੱਟ ਜਾਂਦੀ ਹੈ, ਮੈਂ ਕਿਹੜੇ ਦੇਸ਼ ਆ ਗਿਆ, ਕੀ ਫੜ ਲਿਆ, ਮੇਰੇ ਘਰ ਤਾਂ 2 ਨੌਕਰ ਸੀਗੇ ਅਤੇ ਮੈਂ ਆਪ ਇਹ ਕੰਮ ਕਰਨ ਲੱਗਿਆ। ਸੋ ਅਗਰ ਬੱਚੇ ਗਲੋਬਲ ਪਾਥਵੇ ਪ੍ਰੋਗਰਾਮ ਇੱਥੋਂ ਫਸਟ ਈਅਰ ਐਜੂਕੇਸ਼ਨ ਲੈ ਕੇ ਜਾਂਦੇ ਹੈ, ਅਸੀਂ ਇੱਥੇ ਉਹਨਾਂ ਨੂੰ 60% ਸਕਿੱਲ ਡਿਵੈਲਪਮੈਂਟ ਦੇ ਕੰਮ ਕਰਦੇ ਹਾਂ। ਸੋ ਉਹਨਾਂ ਨੂੰ ਥਿਓਰੀ ਪ੍ਰੈਕਟੀਕਲਸ ਇੱਥੇ ਹੀ ਸਾਡੀਆਂ ਲੈਬਸ ਇੰਸਟੀਟਿਊਸ਼ਨ ਦੇ ਅੰਦਰ ਟ੍ਰੇਨ ਕੀਤਾ ਜਾਂਦਾ ਹੈ। ਉਹਨਾਂ ਨੂੰ ਇੰਡਸਟਰੀ ਐਕਸਪੀਰੀਅੰਸ ਕਰਾਇਆ ਜਾਂਦਾ ਹੈ। ਉਹਨਾਂ ਨੂੰ 2 ਤੋਂ 3 ਮਹੀਨੇ ਦਾ ਪਾਰਟ ਜਿਹੜਾ ਹੈਗਾ ਹੋਟਲ ਦੇ ਅੰਦਰ, ਜੇ ਹੋਟਲ ਮੈਨੇਜਮੈਂਟ ਦਾ ਸਟੂਡੈਂਟ ਹੈ, ਜੇ ਬਿਜ਼ਨਸ ਦਾ ਸਟੂਡੈਂਟ ਹੈ ਤਾਂ ਕਿਸੇ ਬਿਜ਼ਨਸ ਸਟੋਰ ਦੇ ਅੰਦਰ ਉਹਨਾਂ ਨੂੰ ਇੱਕ ਪ੍ਰੈਕਟੀਕਲ ਪਹਿਲੇ ਹੀ ਕਰਾਇਆ ਜਾਂਦਾ ਹੈ। ਸੋ ਜਿਵੇਂ ਹੀ ਬੱਚੇ ਫਿਰ ਸੈਕੰਡ ਈਅਰ ਉੱਥੇ ਪਹੁੰਚਦੇ ਆ, ਉਹਨਾਂ ਕੋਲ ਇੱਕ ਕੌਨਫੀਡੈਂਸ ਹੁੰਦਾ ਹੈ, ਉਹਨਾਂ ਨੂੰ ਪਤਾ ਹੁੰਦਾ ਸਾਨੂੰ ਆਪਣਾ ਇਸ ਟ੍ਰੇਡ ਦਾ ਪਤਾ ਹੈ। ਉਹ ਕਿਸੇ ਵੀ ਇੰਪਲੋਇਰ ਨੂੰ ਮਿਲਦੇ ਆ, ਇੰਪਲੋਇਰ ਨੂੰ 2 ਕੁਐਸਚਨ ਪੁੱਛਦਾ, ਉਹਨਾਂ ਨੂੰ ਬੇਸਿਕਸ ਸਾਰੇ ਆਉਂਦੇ ਆ। ਇੰਪਲੋਇਰ ਨਾ ਸਿਰਫ ਉਹਨਾਂ ਨੂੰ ਪ੍ਰੈਫਰੈਂਸ ਦਿੰਦਾ ਜੌਬ ਦੇ ਵਿੱਚ, ਨਾਲ ਦੀ ਨਾਲ ਉਹਨਾਂ ਨੂੰ ਵੇਜ ਰੇਟ ਵੀ ਹਾਈ ਦਿੰਦਾ ਹੈ। ਸੋ ਇਹ ਚੀਜ਼ ਉਹੀ ਹੈ ਕਿ ਆਪਾਂ ਨਿਹੱਥੇ ਜਾ ਰਹੇ ਹਾਂ ਜਾਂ ਹਥਿਆਰ ਲੈ ਕੇ ਜਾ ਰਹੇ ਹਾਂ। ਜੇ ਆਪਾਂ ਹਥਿਆਰ ਲੈ ਕੇ ਜਾਵਾਂਗੇ ਤਾਂ ਨੈਚੁਰਲੀ ਆਪਣੀ ਜਿਹੜੀ ਲਾਈਫ ਹੈ, ਜ਼ਿੰਦਗੀ ਆਪਾਂ ਵਧੀਆ ਉੱਥੇ ਟ੍ਰੇਨਡ ਹੈਗੇ ਆ, ਤਾਂ ਆਪਾਂ ਨੂੰ ਵਧੀਆ ਉੱਥੇ ਪੈਕੇਜ ਮਿਲਣੇ ਆ, ਵਧੀਆ ਆਪਣੀ ਲਾਈਫ ਚੱਲਣੀ ਆ, ਵਧੀਆ ਜੌਬ ਰਿਕੁਆਇਰਮੈਂਟ ਬਣਨੀ ਆ। ਕਈ ਵਾਰ ਸਾਨੂੰ ਫੀਡਬੈਕ ਆਉਂਦਾ ਬੱਚਿਆਂ ਦਾ, ਕਈ ਬੱਚੇ ਕਹਿੰਦੇ ਜੀ ਯਾਰ ਇੱਥੇ ਜੌਬ ਨਹੀਂ ਮਿਲ ਰਹੀ। ਜੌਬ ਤਾਂ ਮਿਲੂਗੀ ਨਾ ਤੁਹਾਨੂੰ ਕੁਝ ਆਉਂਦਾ ਹੋਏਗਾ। ਪਾਥਵੇ ਦਾ ਇੱਕ ਬਹੁਤ ਵੱਡਾ ਬੈਨੀਫਿਟ ਹੈ, ਜੋ ਸ਼ੁਰੂ 'ਚ ਕਿਹਾ ਕਿ ਤੁਸੀਂ ਆਪਣੇ ਸਕਿੱਲਸ ਲੈ ਕੇ ਜਾਓਗੇ ਉੱਥੇ, ਤੁਸੀਂ ਆਪਣੇ ਆਪ ਨੂੰ ਬੇਸਿਕਲੀ ਪ੍ਰੀਪੇਅਰਡ ਕਰਕੇ ਜਾਓਗੇ। ਜਿਹੜਾ ਆਪਾਂ ਨਵੇਂ ਦੇਸ਼ 'ਚ ਜਾ ਰਹੇ ਹਾਂ, ਉਸ ਦੇਸ਼ ਦੇ ਵਿੱਚ ਇੰਟਰਨੈਸ਼ਨਲ ਸਿਸਟਮਸ ਕੀ ਹੈਗੇ ਆ, ਤੁਹਾਨੂੰ ਇਸ ਇੰਟਰਨੈਸ਼ਨਲ ਐਜੂਕੇਸ਼ਨ ਦੇ ਥਰੂ ਅਸੀਂ ਇਹ ਸਾਰਾ ਕੁਝ ਟ੍ਰੇਨਡ ਕਰਕੇ ਦੇਣਾ ਚਾਹੁੰਦੇ ਹਾਂ। ਸੋ ਇਹੀ ਸਾਡਾ ਮਕਸਦ ਹੈ ਇਸ ਗਲੋਬਲ ਪਾਥਵੇ ਪ੍ਰੋਗਰਾਮ ਦਾ। ਜਿਵੇਂ ਜਿਵੇਂ ਮੈਂ ਪੜ੍ਹਦਾ ਪਿਆ ਨਾ ਬੈਨੀਫਿਟਸ ਆਫ ਪਾਥਵੇ ਪ੍ਰੋਗਰਾਮ, ਫਾਇਦੇ ਜਿਵੇਂ ਜਿਵੇਂ ਪੜ੍ਹਦਾ ਪਿਆ, ਮੇਰਾ 2 ਥਾਵਾਂ 'ਤੇ ਜਾ ਕੇ ਧਿਆਨ ਜਿਹੜਾ ਹੈਗਾ ਫਸ ਗਿਆ। ਇੱਕ ਤਾਂ ਸੇਵ ਟਾਈਮ, ਕਿਉਂਕਿ ਕਹਿੰਦੇ ਪੈਸਾ ਤਾਂ ਤੁਸੀਂ ਕਹਿੰਦੇ ਹੋ ਕਿ ਲੱਖਾਂ ਰੁਪਇਆ ਖਰਚ ਹੋ ਜਾਂਦਾ ਹੈ, ਪਰ ਕਿਤੇ ਨਾ ਕਿਤੇ ਇਹ ਵੀ ਕਿਹਾ ਜਾਂਦਾ ਹੈਗਾ ਕਿ ਜਿਹੜਾ ਟਾਈਮ ਹੈ, ਵਕਤ ਹੈ, ਉਹ ਆਪਣੇ ਆਪ ਦੇ ਵਿੱਚ ਪੈਸੇ ਤੋਂ ਜ਼ਿਆਦਾ ਅਹਿਮੀਅਤ ਰੱਖਦਾ, ਕੀਮਤ ਰੱਖਦਾ। ਇੱਕ ਸੇਵ ਟਾਈਮ ਬਾਰੇ ਦੱਸੋ। ਦੂਜਾ ਸੋਸ਼ਲ ਸਰਕਲ ਇਸ ਕਰਕੇ ਇੰਪੋਰਟੈਂਟ ਹੈ ਕਿ ਸਾਨੂੰ ਸ਼ੁਰੂ ਤੋਂ ਇਹੀ ਦੱਸਿਆ ਗਿਆ ਹੈ, ਸੇਵ ਦਾ ਉਦਾਹਰਨ ਦੇ ਦਿੰਦੇ ਸੀਗੇ, ਗੰਦਾ ਸੇਵ ਜਿਹੜਾ ਹੁੰਦਾ ਹੈ ਬਾਕੀਆਂ ਨੂੰ ਗੰਦਾ ਕਰ ਦਿੰਦਾ ਹੈ। ਇਹ ਸੋਸ਼ਲ ਸਰਕਲ ਮੈਂ ਕਿਤੇ ਠੀਕ ਸਮਝਦਾ ਪਿਆ ਜਾਂ ਜੇ ਗਲਤ ਆ ਤਾਂ ਮੈਨੂੰ ਠੀਕ ਕਰ ਦਿਓ। ਬਿਲਕੁਲ ਠੀਕ ਕਹਿ ਰਹੇ ਹੋ ਲੰਕੇਸ਼ ਜੀ ਤੁਸੀਂ। ਸੇਵ ਟਾਈਮ ਦੀ ਮੈਂ ਜੇ ਆਪਾਂ ਗੱਲ ਕਰੀਏ ਤਾਂ ਬੱਚੇ ਜਿਵੇਂ ਹੁਣ ਪਰਟੀਕੂਲਰਲੀ ਅੱਜ ਦਾ ਜ਼ਮਾਨੇ ਦੀ ਗੱਲ ਕਰ ਰਹੇ ਹਾਂ ਆਪਾਂ, ਕੋਵਿਡ ਹੈਗਾ, ਠੀਕ ਹੈ, ਤਾਂ ਬੱਚੇ ਟਰੈਵਲ ਨਹੀਂ ਕਰ ਪਾ ਰਹੇ ਹੈ, ਵੀਜ਼ਾ ਨਹੀਂ ਮਿਲ ਪਾ ਰਹੇ ਹੈ, ਐਡਮਿਸ਼ਨਸ ਲੇਟ ਹੋ ਰਹੀਆਂ, ਹੁਣ ਸਾਰਾ ਪ੍ਰੋਸੈਸ ਉਹ ਹੈਗਾ। ਸੋ ਅਗਰ ਬੱਚੇ ਹੁਣ ਜੁਆਇਨ ਕਰਦੇ ਹੈ ਇੰਸਟੀਟਿਊਸ਼ਨ ਨੂੰ, ਤਾਂ ਬਾਏ ਦਾ ਟਾਈਮ ਮਈ ਜਾਂ ਸਪਟੰਬਰ ਇਨਟੇਕ ਜਦੋਂ ਉਹਨਾਂ ਨੇ ਉੱਥੇ ਪਹੁੰਚਣਾ ਹੈ, ਤਾਂ ਉਹਨਾਂ ਦਾ ਫਸਟ ਈਅਰ ਅਸੀਂ ਇੱਥੇ ਹੀ ਕੰਪਲੀਟ ਕਰਾ ਦੇਣਾ। ਸੋ ਵਿਹਲੇ ਬੈਠਣ ਨਾਲੋਂ ਤੱਕ ਆਪਾਂ ਕੁਝ ਸਿੱਖ ਲਈਏ ਅਤੇ ਪ੍ਰਿਪੇਅਰ ਹੋ ਕੇ ਜਾਈਏ, ਉਹ ਬੈਨੀਫਿਟ ਹੈ। ਅਗਰ ਆਪਾਂ ਨੋਰਮਲ ਰੂਟੀਨ ਦੀ ਗੱਲ ਕਰਦੇ ਹਾਂ ਤਾਂ ਬੱਚਿਆਂ ਦਾ ਜੋ ਯੂਜਲੀ ਜਿਹੜੇ ਐਗਜ਼ਾਮਸ ਖਤਮ ਹੁੰਦੇ ਆ, ਜਿਵੇਂ ਹੁਣ ਬੱਚੇ 21 ਦੇ ਵਿੱਚ ਮਾਰਚ ਅਪ੍ਰੈਲ 'ਚ ਆਪਣਾ +2 ਖਤਮ ਕਰ ਲੈਣਗੇ, ਤਾਂ ਉਹ ਪ੍ਰਿਪੇਅਰ ਕਰਦੇ ਆ ਫਿਰ 3 ਮਹੀਨੇ ਆਈਲੈਟਸ ਲਈ, ਫਿਰ ਆਪਣੀ ਐਡਮਿਸ਼ਨ ਪ੍ਰੋਸੈਸ ਲਈ, ਫਿਰ ਵੀਜ਼ਾ ਫਾਈਲਿੰਗ ਲਈ। ਉਹਦੇ ਵਿੱਚ ਵੀ ਉਹ ਪੂਰਾ ਆਪਣਾ 6 ਮਹੀਨੇ ਤੋਂ ਸਾਲ ਖਰਾਬ ਕਰ ਲੈਂਦੇ ਆ। ਸੋ ਅਗਰ ਉਹ ਇਮੀਡੀਏਟਲੀ ਆਪਣੀ +2 ਕੰਪਲੀਟ ਕਰਨ ਤੋਂ ਬਾਅਦ ਨਾਲ ਦੀ ਨਾਲ ਸਾਡਾ ਇਹ ਗਲੋਬਲ ਪਾਥਵੇ ਪ੍ਰੋਗਰਾਮ ਜੁਆਇਨ ਕਰਦੇ ਹੈ, ਤਾਂ ਆਪਣੇ 6 ਤੋਂ ਆਲਮੋਸਟ 1 ਈਅਰ ਤੱਕ ਆਪਣਾ ਟਾਈਮ ਬਚਾ ਲੈਂਦੇ ਹੈ। ਦੂਜੀ ਗੱਲ ਤੁਸੀਂ ਕੀਤੀ ਸੋਸ਼ਲ ਸਰਕਲ 'ਤੇ ਜਾਂ ਸੇਵ ਦੀ ਇੱਕ ਉਦਾਹਰਨ ਦਿੱਤੀ ਤੁਸੀਂ, ਬਿਲਕੁਲ ਠੀਕ ਹੈ। ਆਪਾਂ ਕਦੇ ਵੀ ਕਿਸੇ ਵੀ ਨਵੇਂ ਇਨਵਾਇਰਨਮੈਂਟ ਜਾਂਦੇ ਹਾਂ, ਆਪਾਂ ਨੂੰ ਸਾਰੇ ਉੱਥੇ ਨਵੇਂ ਦੋਸਤ ਮਿਲਦੇ ਹੈ। ਸਾਨੂੰ ਪਤਾ ਨਹੀਂ ਕਿਸੇ ਦੀ ਕੀ ਨੇਚਰ ਹੈ, ਉਹ ਸਾਡੇ ਨਾਲ ਇਮਾਨਦਾਰ ਹੈ ਜਾਂ ਸਾਨੂੰ ਹੀ ਚੀਟ ਕਰ ਲਏਗਾ, ਸਾਡੀ ਉਹਦੇ ਨਾਲ ਬਣੇਗੀ ਨਹੀਂ ਬਣੇਗੀ। ਬਟ ਜਦੋਂ ਬੱਚੇ ਇੱਥੇ ਸਾਡਾ ਗਲੋਬਲ ਪਾਥਵੇ ਪ੍ਰੋਗਰਾਮ ਜੁਆਇਨ ਕਰਦੇ ਹੈ ਔਰ ਫਿਰ ਉਹ ਅੱਗੇ ਆਪਣਾ ਸੈਕੰਡ ਈਅਰ ਟ੍ਰਾਂਸਫਰ ਲੈਂਦੇ, ਤਾਂ ਉਹਨਾਂ ਦੀ ਦੋਸਤੀ ਯਾਰੀ ਇੱਥੇ ਹੀ ਹੋ ਜਾਂਦੀ ਹੈ ਔਰ ਉਹ ਮੋਨੀਟਰਡ ਹੁੰਦੀ ਹੈ ਔਰ ਆਪਣੇ ਹੀ ਇਨਵਾਇਰਨਮੈਂਟ ਦੇ ਨਾਲ ਉਹਨਾਂ ਦਾ ਸਰਕਲ ਬਣ ਜਾਂਦਾ ਹੈ। ਸੋ ਇਸ ਤਰ੍ਹਾਂ ਦੇ ਕਈ ਬੈਨੀਫਿਟਸ ਹੈਗੇ ਹੈ ਜੋ ਇਸ ਗਲੋਬਲ ਪਾਥਵੇ ਦੇ ਥਰੂ ਬੱਚਿਆਂ ਨੂੰ ਮਿਲਦੇ ਹੈ। ਤੁਸੀਂ ਆਪਣੀ ਤਜੋਰੀ ਤਾਂ ਖੋਲਤੀ, ਤਾਲਾ ਖੋਲਤਾ ਤਜੋਰੀ ਵਾਲਾ, ਲੇਕਿਨ ਇਸ ਤਜੋਰੀ ਦੇ ਵਿੱਚ ਕੋਰਸਿਸ ਕਿਹੜੇ ਹੈਗੇ ਆ, ਕਿਉਂਕਿ ਬੜਾ ਇੰਪੋਰਟੈਂਟ ਜਿਹਾ ਸਬਜੈਕਟ ਹੈ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਅਸੀਂ ਕੋਸ਼ਿਸ਼ ਇਹੀ ਕੀਤੀ ਹੈ ਜੀ ਇਸ ਗਲੋਬਲ ਪਾਥਵੇ ਦੇ ਪ੍ਰੋਗਰਾਮਸ ਦੇ ਵਿੱਚ ਜਿੰਨੇ ਵੀ ਬੈਸਟ ਬੱਚਿਆਂ ਦੀ ਨੀਡਸ ਹੈਗੀਆਂ ਉਹ ਪੂਰੀਆਂ ਕੀਤੀਆਂ ਜਾਣ। ਸੋ ਅਸੀਂ ਆਰਟਸ ਦੇ ਸਟੂਡੈਂਟਸ ਲਈ ਵੀ ਕੋਰਸਿਸ ਲੈ ਕੇ ਆਏ ਹਾਂ, ਕਾਮਰਸ ਦੇ ਸਟੂਡੈਂਟਸ ਲਈ ਵੀ ਕੋਰਸਿਸ ਲੈ ਕੇ ਆਏ ਹਾਂ ਔਰ ਸਾਇੰਸ ਸਟੂਡੈਂਟਸ ਲਈ ਵੀ ਕੋਰਸਿਸ ਲੈ ਕੇ ਆਏ ਹਾਂ। ਸੋ ਆਰਟਸ ਦੇ ਸਟੂਡੈਂਟ ਸਾਡੇ ਕੋਲ ਹੌਸਪਿਟੈਲਿਟੀ, ਟਰੈਵਲ, ਟੂਰਿਜ਼ਮ। 11ਵੀਂ 'ਚ ਐਡਮਿਸ਼ਨ ਲਿੱਤੀ ਸੀ ਨਾ, ਮੈਂ ਹਿਊਮੈਨਿਟੀਜ਼ ਜੁਆਇਨ ਕੀਤੀ ਸੀ, ਆਰਟਸ ਲਿੱਤਾ ਸੀਗਾ। ਉਦੋਂ ਘਰ ਦੇ ਕਿਆ ਕਰਦੇ ਸੀਗੇ ਯਾਰ ਤੂੰ ਕਿਹੜੇ ਪਖੰਡਵਾਦ 'ਚ ਪੈ ਗਿਆ, ਕਾਮਰਸ ਲੈ ਲੈਂਦਾ, ਸਾਇੰਸ ਲੈ ਲੈਂਦਾ, ਇੱਦਾਂ ਲੈ ਲੈਂਦਾ। ਯਾਨੀ ਕਿ ਹੁਣ ਉਮੀਦ ਉਹਨਾਂ ਲਈ ਵੀ ਹੈਗੀ ਹੈ ਜਿਨ੍ਹਾਂ ਨੇ ਆਰਟਸ ਲਿੱਤੀ ਸੀਗੀ, ਉਹਨਾਂ ਦਾ ਵੀ ਜਿਹੜਾ ਕਰੀਅਰ ਹੈਗਾ ਉਹ ਵੀ ਠੋਕ ਕੇ ਛਾਤੀ ਇਹ ਕਹਿ ਸਕਦੇ ਨੇ ਕਿ ਜੀ ਆਰਟਸ ਲਿੱਤੀ ਹੈ, ਪੂਰੇ ਹੌਸਲੇ ਦੇ ਨਾਲ ਜਾਵਾਂਗੇ। ਬਿਲਕੁਲ ਆਰਟਸ ਦੇ ਸਟੂਡੈਂਟਸ
ਆਪਾਂ ਆਪਣੀ ਥੋੜੀ ਜਿਹੀ ਹੋਰ ਪਿੱਛੇ ਚੱਲਦੇ ਹਾਂ, ਤੁਹਾਨੂੰ ਮੈਂ ਹੋਰ ਲੈ ਕੇ ਚੱਲਣਾ ਤੁਹਾਡੇ ਤੋਂ ਵੀ, ਆਪਣੀ ਜਨਰੇਸ਼ਨ 'ਤੇ ਲੈ ਕੇ ਜਾਣਾ। ਸਾਡੇ ਟਾਈਮ 'ਤੇ ਨਾ ਜੀ ਮਾਂ-ਬਾਪ ਨੇ ਹੁੰਦਾ ਸੀਗਾ ਯਾਰ ਤੂੰ ਡਾਕਟਰ ਬਣਨਾ ਜਾਂ ਇੰਜੀਨੀਅਰ ਬਣਨਾ ਹੈ, ਅੱਗੇ ਦੀ ਗੱਲ ਹੀ ਨਹੀਂ ਸੋਚਦੇ ਸੀਗੇ। ਪ੍ਰੈਸ਼ਰ ਹੁੰਦਾ ਸੀ ਬੱਚਿਆਂ ਦੇ ਉੱਤੇ ਕਿ ਸਾਇੰਸ ਤੋਂ ਇਲਾਵਾ ਕੁਝ ਲੈਣਾ ਨਹੀਂ ਹੈ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਆ ਗਈ ਜੀ ਕਿ ਤੁਸੀਂ ਚਲੋ ਹੁਣ ਕੰਪਿਊਟਰ ਇੰਡਸਟਰੀ ਵੱਧ ਰਹੀ ਹੈ, ਹੁਣ ਫੈਸ਼ਨ ਡਿਜ਼ਾਈਨ ਇੰਡਸਟਰੀ ਵੱਧ ਰਹੀ ਹੈ, ਹੁਣ ਹੋਟਲ ਇੰਡਸਟਰੀ ਵੱਧ ਰਹੀ ਹੈ। ਸੋ ਮਲਟੀਪਲ ਕਰੀਅਰ ਆਪਸ਼ਨਸ ਹੈਵ ਕਮ। ਸੋ ਆਰਟਸ ਦੇ ਸਟੂਡੈਂਟਸ ਲਈ ਵਰਲਡ ਓਵਰ ਬਹੁਤ ਕਰੀਅਰ ਪ੍ਰੋਗਰਾਮਸ ਹੈਗੇ ਹੈ। ਐਜੂਕੇਸ਼ਨ ਇੱਕ ਬਹੁਤ ਵੱਡਾ ਪ੍ਰੋਗਰਾਮ ਹੈਗਾ, ਲਾਅ ਐਂਡ ਕ੍ਰਿਮੀਨੋਲੋਜੀ, ਪੁਲਿਸਿੰਗ ਇੱਕ ਬਹੁਤ ਵੱਡਾ ਪ੍ਰੋਗਰਾਮ ਹੈਗਾ। ਸੋ ਇਸ ਤਰੀਕੇ ਦੇ ਬਹੁਤ ਅੱਗੇ ਪ੍ਰੋਗਰਾਮਸ ਹੁਣ ਡਿਮਾਂਡਸ, ਕਰੀਅਰਸ, ਆਪਸ਼ਨਸ ਹੋਰ ਵੱਧ ਗਈਆਂ, ਜਿਨ੍ਹਾਂ ਵਿੱਚ ਬੱਚਿਆਂ ਨੇ ਜਾਂ ਆਪਾਂ ਕਹੀਏ ਕਿ ਨਾਰਮਲ ਸੈਲਰੀ ਪੈਕੇਜਸ, ਆਪਣਾ ਬਿਜ਼ਨਸ ਬਹੁਤ ਜ਼ਿਆਦਾ ਅੱਗੇ ਵੱਧ ਗਿਆ। ਸੋ ਹੁਣ ਇਹ ਤਾਂ ਇੰਜੀਨੀਅਰਿੰਗ ਤਾਂ ਬਲਕਿ ਥੋੜੀ ਪਿੱਛੇ ਹੋ ਗਈ ਹੈ। ਅਮਰੀਕਾ ਦੀ ਜਦੋਂ ਗੱਲ ਚੱਲਦੀ ਹੈ ਨਾ, ਅਮਰੀਕਾ ਬਾਰੇ ਇਹ ਕਿਹਾ ਜਾਂਦਾ ਕਿ ਉਹਦਾ ਵੀਜ਼ਾ ਜਿਹੜਾ ਲੈਣਾ ਨਾ ਬੜਾ ਹੀ ਔਖਾ ਕੰਮ ਹੈਗਾ। ਮਤਲਬ ਕਿ ਤੁਹਾਨੂੰ ਸੁੱਖਣਾ ਸੁੱਖਣੀ ਪਏਗੀ, ਕਿਤੇ ਜਾ ਕੇ ਚੱਦਰ ਚੜਾਉਣੀ ਪਏਗੀ, ਕਿਤੇ ਦੀਵੇ ਬਾਲਣੇ ਪੈਣਗੇ, ਫਿਰ ਕਿਤੇ ਜਾ ਕੇ ਅਮਰੀਕਾ ਦਾ ਵੀਜ਼ਾ ਮਿਲਦਾ ਹੈਗਾ। ਅਮਰੀਕਾ ਦਾ ਵੀਜ਼ਾ ਜੇ ਲੈਣਾ ਹੋਵੇ ਇਸ ਪਾਥਵੇ ਪ੍ਰੋਗਰਾਮ ਦੇ ਤਹਿਤ, ਕਿੰਨੀ ਆਸਾਨੀ ਹੈ, ਕਿੰਨਾ ਔਖਾ ਹੈ? ਤੁਸੀਂ ਬਿਲਕੁਲ ਠੀਕ ਹੈ। ਅਮਰੀਕਨ ਅੰਬੈਸੀ ਬਹੁਤ ਸਟ੍ਰਿਕਟ ਹੈਗੀ ਹੈ, ਪਾਰਟਿਕੂਲਰਲੀ ਨਾਰਥ ਇੰਡੀਅਨਸ ਜਿਹੜੇ ਆਪਣੇ ਪੰਜਾਬ ਦੇ ਬੱਚਿਆਂ ਨੂੰ ਵੀਜ਼ਾ ਦੇਣ ਦੇ ਵਾਸਤੇ। ਉਹ ਕਾਫੀ 3-3, 5-5, 6-6 ਵਾਰ ਇੰਟਰਵਿਊਜ਼ 'ਤੇ ਬੁਲਾ ਲੈਂਦੇ ਹੈ। ਵਾਰ-ਵਾਰ ਬੱਚਾ ਅਪਲਾਈ ਕਰਦਾ, ਪਰੇਸ਼ਾਨ ਹੁੰਦਾ ਹੈ ਕਿਉਂਕਿ ਉਹਦੇ ਕੋਲ ਕ੍ਰੈਡੈਂਸ਼ੀਅਲ ਨਹੀਂ ਹੁੰਦੇ ਆਪਣੇ ਆਪ ਨੂੰ ਪ੍ਰੂਵ ਕਰਨ ਲਈ ਕਿ ਆਈ ਐਮ ਦੀ ਰਾਈਟ ਜੈਨੂਅਨ ਸਟੂਡੈਂਟ, ਕਿ ਮੈਂ ਸਹੀ ਬੱਚਾ, ਮੈਂ ਪੜ੍ਹਨਾ ਚਾਹੁੰਦਾ, ਮੇਰੇ ਕੋਲ ਬੈਕਗਰਾਊਂਡ ਹੈਗੀ ਹੈ। ਸਾਡੀ ਯੂਜਲੀ ਜਿਹੜੇ ਪੰਜਾਬ ਦੇ ਬੱਚਿਆਂ ਹੈਗੀ ਉਹਨਾਂ ਦੀ ਜਿਹੜੀ ਕਲਾਸ 12 ਦੀ ਪਰਸੈਂਟੇਜ ਹੁੰਦੀ ਹੈ ਉਹ 60 to 80% ਦੇ ਵਿੱਚ ਹੁੰਦੀ ਹੈ, ਜਦਕਿ ਅਮੈਰੀਕਨਸ ਲੱਭਦੇ ਆ ਹਾਇਰ ਗ੍ਰੇਡ ਦੇ ਬੱਚੇ, 80+, 90+ ਦੇ ਬੱਚੇ, ਜੋ ਕਿ ਉਹਨਾਂ ਨੂੰ ਮੋਸਟਲੀ ਸਾਊਥ ਤੋਂ ਬੱਚੇ ਕਾਫੀ ਜਾਂਦੇ ਹੈ, ਜਾਂ ਦਿੱਲੀ ਵਗੈਰਾ ਮੈਟਰੋ ਸਿਟੀਜ਼ ਦੇ ਬੱਚੇ ਜਾਂਦੇ ਆ। ਤਾਂ ਸਾਡੇ ਪੰਜਾਬ ਦੇ ਬੱਚਿਆਂ ਨੂੰ ਨਾ ਉਹ ਅਮਰੀਕਾ ਦੀ ਜਿਹੜੀ ਟੌਪ ਕਲਾਸ ਐਜੂਕੇਸ਼ਨ ਹੈ ਉਹ ਨਹੀਂ ਮਿਲ ਪਾ ਰਹੀ ਹੈ। ਸੋ ਉਹਨਾਂ ਬੱਚਿਆਂ ਲਈ ਇਹ ਬਹੁਤ ਵੱਡਾ ਪ੍ਰੋਗਰਾਮ ਅਸੀਂ ਲੈ ਕੇ ਆਏ ਹਾਂ। ਸਾਨੂੰ ਬਹੁਤ ਖੁਸ਼ੀ ਹੈ ਬੱਚਿਆਂ ਨਾਲ, ਸਾਰਿਆਂ ਨਾਲ ਸ਼ੇਅਰ ਕਰਨ ਦੇ ਲਈ। ਪੰਜਾਬ ਦੇ ਵਿੱਚ ਅਸੀਂ ਇੱਕ ਐਜੂਕੇਸ਼ਨ ਦੀ ਡਿਲੀਵਰੀ ਨੂੰ ਹਾਇਰ ਸਟੈਂਡਰਡਸ 'ਤੇ ਲੈ ਕੇ ਜਾਣ ਦੀ ਗੱਲ ਕਰ ਰਹੇ ਹਾਂ। ਸੋ ਉਹਦੇ ਵਿੱਚ ਅਗਰ ਬੱਚੇ ਸਾਡਾ ਇਹ ਪਾਥਵੇ ਪ੍ਰੋਗਰਾਮ ਜਾਂਦੇ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਤਾਂ ਇੰਟਰਨੈਸ਼ਨਲ ਐਜੂਕੇਸ਼ਨ ਦੇ ਰਹੇ ਹਾਂ। ਪੀਅਰਸਨ ਇਜ਼ ਲਿਸਟਡ ਇਨ ਦੀ ਯੂਕੇ ਐਂਡ USA, ਬੋਥ ਦੀ ਕੰਟਰੀਜ਼। ਉਹਨਾਂ ਦੀ ਉੱਥੇ ਕੁਆਲੀਫਿਕੇਸ਼ਨ 100% ਅਸੈਪਟੇਬਲ ਹੈ। USA ਦੀਆਂ ਸਾਡਾ 109 ਯੂਨੀਵਰਸਿਟੀਆਂ ਨਾਲ MOU ਹੈਗਾ। ਆਈ ਹੈਵ ਦੀ ਕੰਪਲੀਟ ਲਿਸਟ, ਤੁਸੀਂ ਮੇਰੇ ਆਫਿਸ ਆਓਗੇ ਤਾਂ ਵੀ ਕੈਨ ਸ਼ੇਅਰ ਵਿਦ ਯੂ। 109 ਯੂਨੀਵਰਸਿਟੀਆਂ ਸਾਡੇ ਕੋਲ USA ਦੀਆਂ ਹੈਗੀਆਂ ਜਿਹੜੀਆਂ ਇਸ ਗਲੋਬਲ ਪਾਥਵੇ ਪ੍ਰੋਗਰਾਮ ਦੇ ਨਾਲ ਅਸੈਪਟ ਕਰਦੀਆਂ। ਸੋ ਫਸਟ ਈਅਰ ਬੱਚਾ ਜਦੋਂ ਇੱਥੇ ਪੜ੍ਹਦਾ ਹੈ ਔਰ ਸੈਕੰਡ ਈਅਰ ਉੱਥੇ ਟ੍ਰਾਂਸਫਰ ਲੈਂਦਾ ਹੈ, ਤਾਂ ਜਦੋਂ ਵੀਜ਼ਾ ਲਈ ਅਪਲਾਈ ਕਰਦਾ ਹੈ ਤਾਂ ਅੰਬੈਸੀ ਆਫਿਸਰ ਨੂੰ ਰੀਜ਼ਨ ਬਹੁਤ ਮੁਸ਼ਕਿਲ ਮਿਲਦਾ ਕਿ ਵਾਈ ਹੀ ਸ਼ੁੱਡ ਰਿਜੈਕਟ ਦੈਟ ਸਟੂਡੈਂਟ, ਤਾਂ ਉਹਨੂੰ ਵੀਜ਼ਾ ਲੈਣ 'ਚ ਬਹੁਤ ਆਸਾਨੀ ਹੈ। ਮੈਨੂੰ ਇੱਕ ਚੀਜ਼ ਦੱਸੋ ਕਿ ਇੱਕ ਤਾਂ ਗੈਪ ਆ ਜਾਂਦਾ ਉਹਦੇ ਕਰਕੇ, ਦੂਜਾ ਰਿਫਿਊਜ਼ਲ ਹੋ ਜਾਂਦੇ ਹੈ, ਆਇਲਸ ਦੇ ਜਿਹੜੇ ਬੈਂਡਸ ਹੁੰਦੇ ਆ ਉਹ ਬਹੁਤ ਮਾਇਨੇ ਰੱਖਦੇ ਆ, ਤੀਜੀ ਜਿਹੜੀ ਚੀਜ਼ ਹੁੰਦੀ ਹੈ ਫਾਈਨੈਂਸ਼ੀਅਲ ਪ੍ਰੋਬਲਮਸ, ਆਰਥਿਕ ਜਿਹੜੀ ਲੋਕਾਂ ਦੀ ਕੰਡੀਸ਼ਨਸ ਹੁੰਦੀ ਹੈ ਕੋਵਿਡ 'ਚ। ਇਹਦੇ ਵਿੱਚ ਇਸ ਪਾਥਵੇ ਪ੍ਰੋਗਰਾਮ ਦੇ ਉੱਤੇ ਜੇ ਨਜ਼ਰ ਦੌੜਾਈਏ ਤਾਂ ਪਾਥਵੇ ਪ੍ਰੋਗਰਾਮ ਦਾ ਨਜ਼ਰੀਆ ਕੀ ਬਣਦਾ ਲੋਕਾਂ ਦੇ ਸਾਹਮਣੇ, ਤਸਵੀਰ ਕਿਸ ਤਰ੍ਹਾਂ ਉੱਭਰ ਕੇ ਸਾਹਮਣੇ ਆਏਗੀ? ਦੇਖੋ ਨਵੀਂ ਚੀਜ਼ ਹੈ, ਲੋਕਾਂ ਨੂੰ ਤਾਂ ਪਹਿਲੇ ਪਤਾ ਹੀ ਨਹੀਂ ਹੈ ਇਸ ਚੀਜ਼ ਦਾ। ਸੋ ਜਿੰਨੀ ਆਪਾਂ ਤੁਹਾਡੇ ਜਰੀਏ ਹੀ ਸਾਡੀ ਕੋਸ਼ਿਸ਼ ਹੈ ਕਿ ਆਪਾਂ ਬੱਚਿਆਂ ਤੱਕ, ਹਰ ਬੰਦਿਆਂ ਤੱਕ ਇੱਕ ਪ੍ਰੋਸਪੈਕਟਿਵ ਪਹੁੰਚਾਈਏ ਕਿ ਇੱਕ ਇੰਟਰਨੈਸ਼ਨਲ ਐਜੂਕੇਸ਼ਨ ਹੈ। ਸਾਡੇ ਸਟੂਡੈਂਟ ਨੂੰ ਕੱਲ੍ਹ ਹੈ, ਉਹ ਕਹਿੰਦਾ ਜੀ ਮੈਂ ਅੱਜ +2 ਦੇ ਪੇਪਰ ਦਿੱਤੇ, ਕੱਲ੍ਹ ਮੇਰਾ ਵੀਜ਼ਾ ਲੱਗੇ, ਪਰਸੋਂ ਮੈਂ ਜਹਾਜ਼ 'ਤੇ ਬੈਠ ਜਾ। ਬਟ ਵਿਦਾਊਟ ਐਨੀ ਪਲੈਨਿੰਗ, ਵਿਦਾਊਟ ਐਨੀ ਪ੍ਰੋਸੈਸ, ਮਿਹਨਤ ਕਰਕੇ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਆਪਣੇ ਆਪ ਨੂੰ ਇੰਟਰਨੈਸ਼ਨਲ ਸਟੈਂਡਰਡ 'ਤੇ ਪ੍ਰੂਵ ਨਹੀਂ ਕਰਨਾ ਚਾਹੁੰਦੇ। ਸੋ ਇਸ ਤਰ੍ਹਾਂ ਦੇ ਕਈ ਗੈਪਸ ਹੈਗੇ ਆ ਜਿਨ੍ਹਾਂ ਨੂੰ ਅਸੀਂ ਪੂਰਾ ਕਰਨਾ ਚਾਹੁੰਦੇ ਹਾਂ। ਹੁਣ ਰਿਫਿਊਜ਼ਲ ਕੇਸਿਸ ਮੋਸਟਲੀ ਸਟੂਡੈਂਟਸ ਦੀ ਕਿਉਂ ਆਉਂਦੀਆਂ? ਕਿਉਂ ਉਹਨਾਂ ਦੀ ਅਕੈਡਮਿਕ ਬੈਕਗਰਾਊਂਡ ਕੁਝ ਹੋਰ ਹੈ, ਜਲਦਬਾਜ਼ੀ ਦੇ ਵਿੱਚ ਕੰਸਲਟੈਂਟ ਨੇ ਉਹਨਾਂ ਨੂੰ ਗਲਤ ਕੋਰਸ ਦੇਤਾ, ਗਲਤ ਜਗ੍ਹਾ 'ਤੇ ਕਾਲਜ ਦੇਤਾ, ਪ੍ਰੋਪਰ SOP ਨਹੀਂ ਲਿਖੀਆਂ ਹੋਈਆਂ, ਉਹਨਾਂ ਨੂੰ ਪਤਾ ਹੀ ਨਹੀਂ ਕਿਉਂ ਪੜ੍ਹਨ ਜਾ ਰਹੇ, ਕਿਹੜਾ ਕੋਰਸ ਪੜ੍ਹਨ ਜਾ ਰਹੇ ਹੈ। ਸੋ ਇਸ ਤਰੀਕੇ ਦੇ ਕਰਕੇ ਮੋਸਟਲੀ ਸਟੂਡੈਂਟ ਦੇ ਰਿਫਿਊਜ਼ਲਸ ਹੁੰਦੇ ਆ ਬਿਕੋਜ਼ ਦੇ ਆਰ ਇਨ ਰਸ਼, ਉਹ ਜਲਦਬਾਜ਼ੀ ਕਰਦੇ ਆ। ਸੋ ਅਗਰ ਉਹ ਆਪਣੀ ਪ੍ਰੋਪਰ ਪਲੈਨਿੰਗ ਕਰਨਗੇ, ਪ੍ਰੋਪਰ ਆਪਣੇ ਆਪ ਨੂੰ ਪ੍ਰਿਪੇਅਰ ਕਰਨਗੇ ਔਰ ਆਪਣੇ ਕੁਝ ਕ੍ਰੈਡੈਂਸ਼ੀਅਲਸ ਆਪਣੀ ਫਾਈਲ ਦੇ ਵਿੱਚ ਸ਼ੋਅ ਕਰਦੇ ਆ ਕਿ ਆਈ ਐਮ ਸਰਟੀਫਾਈਡ ਬਾਈ ਇੰਟਰਨੈਸ਼ਨਲ ਐਜੂਕੇਸ਼ਨ, ਮੇਰੇ ਕੋਲ ਇਹ ਐਜੂਕੇਸ਼ਨ ਪਾਥਵੇ ਹੈਗਾ, ਰਿਫਿਊਜ਼ਲ ਦਾ ਕੋਈ ਚਾਂਸ ਨਹੀਂ ਹੈ। ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਕਿਸੇ ਕੋਲ ਕੁਛ ਨਹੀਂ ਹੈ ਔਰ ਕਿਸੇ ਕੋਲ ਇੱਕ ਅਕੈਡਮਿਕ ਸਰਟੀਫਿਕੇਸ਼ਨ ਪ੍ਰੋਗਰਾਮ ਹੋਵੇ ਔਰ ਉੱਥੋਂ ਦੀ ਇੰਟਰਨੈਸ਼ਨਲ ਐਜੂਕੇਸ਼ਨ ਯੂਨੀਵਰਸਿਟੀ ਉਹਨੂੰ ਸੈਕੰਡ ਈਅਰ 'ਚ ਐਡਮਿਸ਼ਨ ਦੇ ਰਹੀ ਹੋਵੇ, ਵੀਜ਼ਾ ਆਫਿਸਰ ਕੋਲ ਕੀ ਕਾਰਨ ਹੈ ਕਿ ਉਹਦਾ ਵੀਜ਼ਾ ਨਹੀਂ ਲੱਗੇਗਾ? ਪਰ ਜਿਹੜੇ ਆ ਬੱਚੇ ਹੈਗੇ ਨੇ ਜਿਨ੍ਹਾਂ ਦਾ ਇੱਕ ਸੈਂਟੈਂਸ ਬੜਾ ਮਸ਼ਹੂਰ ਹੈਗਾ ਕਿ ਸਾਨੂੰ ਅੱਜ ਹੀ ਭੇਜ ਦਿਓ ਜੀ, ਇਹਨਾਂ ਨੂੰ ਕਿਵੇਂ ਸਮਝਾਓਗੇ ਕਿ ਸਕਿੱਲਸ ਹੋਣੇ ਬੜੇ ਜ਼ਰੂਰੀ ਹੈਗੇ ਆ? ਜੇ ਸਕਿੱਲਸ ਨਹੀਂ ਹੋਣਗੇ ਉੱਥੇ ਜਾ ਕੇ ਤੁਹਾਡੇ ਹਾਲਾਤ ਖਰਾਬ ਹੋ ਜਾਣੇ ਆ, ਮੁੜ ਕੇ ਮੱਥੇ 'ਤੇ ਹੱਥ ਰੱਖ ਕੇ ਬੈਠ ਜਾਓਗੇ। ਅਸੀਂ ਤਾਂ ਆਪਣੇ ਐਕਸਪੀਰੀਅੰਸ ਤੋਂ ਸ਼ੇਅਰ ਕਰਦੇ ਹਾਂ, ਬਟ ਮੈਂ ਤਾਂ ਸਾਰੇ ਬੱਚਿਆਂ ਨੂੰ ਕਹਿੰਦਾ ਕਿ ਜਿਹੜੇ ਉਹਨਾਂ ਦੇ ਪਿੰਡ 'ਚੋਂ ਜਾਂ ਉਹਨਾਂ ਦੇ ਸੀਨੀਅਰ ਜਾਂ ਉਹਨਾਂ ਦੇ ਸਕੂਲ 'ਚੋਂ ਜਿਹੜੇ ਬੰਦੇ ਗਏ ਆ ਉਹਨਾਂ ਨੂੰ ਪੁੱਛ ਕੇ ਦੇਖਣ। ਉਹ ਕਹਿੰਦੇ ਆ ਕਿ ਹਾਂਜੀ ਸਕਿੱਲ ਲੈ ਕੇ ਆਓ ਜਾਂ ਨਾ ਲੈ ਕੇ ਆਓ।
ਤੁਸੀਂ ਆਪਣੇ ਕਿਸੇ ਵੀ ਦੋਸਤ ਯਾਰ ਚਾਚੇ ਮਾਮੇ ਆਪਣੇ ਸਾਰੇ ਰਿਸ਼ਤੇਦਾਰ ਕੋਈ ਨਾ ਕੋਈ ਤਾਂ ਹਰ ਕਿਸੇ ਦਾ ਹਰ ਪਿੰਡ 'ਚੋਂ ਬਾਹਰ ਹੈਗਾ, ਤਾਂ ਉਹਨਾਂ ਤੋਂ ਇਸ 'ਤੇ ਐਡਵਾਈਸ ਲਓ। ਜੋ ਕਹਿੰਦੇ ਹਾਂਜੀ ਸਕਿੱਲ ਲੈ ਕੇ ਆਓ ਕਿ ਇੱਥੇ ਆ ਕੇ ਤੁਹਾਨੂੰ ਈਜ਼ੀ ਹੋਏਗਾ ਤਾਂ ਜ਼ਰੂਰ ਲਓ। ਜੇ ਉਹਨਾਂ ਨੂੰ ਲੱਗਦਾ ਕਿ ਨਹੀਂ ਅੱਜ ਹੀ ਬੈਠ ਜਾਓ ਤੇ ਕੱਲ੍ਹ ਹੀ ਆਪਣੇ ਉੱਥੇ ਜਾ ਕੇ ਕੋਈ ਪੇੜਾਂ ਦੇ ਪੈਸੇ ਲੱਗੇ ਕਿ ਆਪਾਂ ਕਮਾਣੇ ਸ਼ੁਰੂ ਕਰ ਦਿਆਂਗੇ ਤੇ ਘਰ ਭੇਜਣੇ ਸ਼ੁਰੂ ਕਰ ਦਿਆਂਗੇ, ਇਸ ਤਰ੍ਹਾਂ ਨਹੀਂ ਹੁੰਦਾ। ਤੁਹਾਨੂੰ ਦਾ ਇੱਕ ਉੱਥੇ ਤੁਸੀਂ ਲੌਂਗ ਟਰਮ ਆਪਣੇ ਕਰੀਅਰ ਲਈ ਜਾ ਰਹੇ ਹੋ, ਸੈਟਲਮੈਂਟ ਲਈ ਜਾ ਰਹੇ ਹੋ, ਤਾਂ ਇਹ ਸਾਰੇ ਚੀਜ਼ਾਂ ਨੂੰ ਤੁਹਾਨੂੰ ਇਵੈਲੂਏਟ ਕਰਨਾ ਚਾਹੀਦਾ, ਸਮਝਣਾ ਚਾਹੀਦਾ ਸਾਰੀ ਗੱਲ ਨੂੰ। ਕਹਿੰਦੇ ਨੇ ਕਿ ਗੰਜੇ ਨੂੰ ਕੰਗੀ ਵੇਚਣੀ ਜਿਹੜੀ ਹੁੰਦੀ ਬੜਾ ਔਖਾ ਕੰਮ ਹੁੰਦਾ ਹੈ। ਇਹ ਉਹ ਲੋਕ ਨੇ, ਮਾਸੂਮ ਪੰਜਾਬੀ ਉਹ ਨੇ ਜਿਹੜੇ ਧੋਖਾ ਖਾਂਦੇ ਨੇ ਲੇਕਿਨ ਫਿਰ ਵੀ ਨਹੀਂ ਮੰਨਦੇ, ਲੇਕਿਨ ਬਾਰ-ਬਾਰ ਧੋਖਾ ਖਾਣ ਤੋਂ ਬਾਅਦ ਕਹਿੰਦੇ ਨੇ ਨਾ ਘੜਾ ਭਰ ਜਾਂਦਾ, ਫਿਰ ਸਮਝ ਲੈਣਾ ਚਾਹੀਦਾ। ਪਾਥਵੇ ਪ੍ਰੋਗਰਾਮ ਨੂੰ ਜੇ ਤੁਸੀਂ ਸਮਝਾਉਣਾ ਹੋਵੇ ਕੁਝ ਸ਼ਬਦਾਂ ਦੇ ਵਿੱਚ, ਅਲਫਾਜ਼ਾਂ ਦੇ ਵਿੱਚ, ਤੇ ਕਿਸ ਤਰ੍ਹਾਂ ਸਮਝਾਓਗੇ? ਕਿਉਂਕਿ ਇਹ ਵੀ ਕੰਮ ਇਹੀ ਹੈ ਕਿ ਗੰਜੇ ਨੂੰ ਕੰਗੀ ਵੇਚਣੀ ਹੈ। ਅਸੀਂ ਕਹਿੰਦੇ ਥੋੜ੍ਹੇ ਵਾਲ ਹੈ, ਪਹਿਲੇ ਉਹਨਾਂ ਨੂੰ ਧੋਗਾਲੋ ਅਤੇ ਸੰਭਾਲੋ, ਫਿਰ ਲੰਬੇ ਵਾਲਾਂ 'ਤੇ ਆਇਆ ਜੇ। ਸੋ ਜਿਹੜੇ ਬੰਦੇ ਨੂੰ ਥੋੜ੍ਹੇ ਚੀਜ਼ ਸੰਭਾਲਣੀ ਆ ਜਾਏ, ਉਹ ਵੱਡੀ ਚੀਜ਼ ਤਾਂ ਆਪੇ ਸੰਭਾਲ ਲੈਂਦਾ। ਸੋ ਇਹੀ ਚੀਜ਼ ਹੈਗੀ ਹੈ। ਜੇ ਤੁਹਾਡੀ ਅੱਜ ਕਹੀਏ ਕਿ ਆਪਾਂ ਕਿ ਅੱਜ ਵਾਲ ਅੱਜ ਨਹੀਂ ਹੈਗੇ ਤਾਂ ਕੱਲ੍ਹ ਤਾਂ ਆ ਹੀ ਸਕਦੇ ਹੈ ਨਾ। ਸੋ ਜੇ ਅੱਜ ਆਪਾਂ ਐਜੂਕੇਸ਼ਨ ਲੈ ਲਾਂਗੇ ਤਾਂ ਆਪਣੇ ਕੋਲ ਅੱਜ ਸਕਿੱਲ ਆ ਜਾਣਗੀਆਂ ਜੋ ਕਿ ਆਪਾਂ ਨੂੰ ਲੌਂਗ ਟਰਮ 'ਚ ਬੈਨੀਫਿਟ ਹੋਣਗੀਆਂ। ਸੋ ਇਹ ਤਾਂ ਜਿਵੇਂ ਜਿਵੇਂ ਉਹ ਲੋਕ ਐਕਸਪੀਰੀਅੰਸ ਕਰਨਗੇ ਜਾਂ ਲੋਕਾਂ ਨੇ ਜਿਨ੍ਹਾਂ ਨੇ ਐਕਸਪੀਰੀਅੰਸ ਕੀਤੇ ਹੈ, ਜਿਸ ਤਰ੍ਹਾਂ ਕੋਈ ਬੱਚੇ ਸਿੰਗਾਪੁਰ ਤੋਂ ਅੱਗੇ ਮੂਵ ਹੋਏ ਆ ਜਾਂ ਹੋਰ ਕੰਟਰੀਜ਼ ਤੋਂ ਯੂਰਪ ਤੋਂ ਜਾਂਦੇ ਆ ਤਾਂ ਫਿਰ ਅੱਗੇ ਮੂਵ ਹੁੰਦੇ ਆ, ਉਹਨਾਂ ਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੀ ਵੈਲਿਊ ਕੀ ਹੈਗੀ ਹੈ। ਜਿਹੜੇ ਬੱਚੇ ਪੋਸਟ ਦੀਵਾਲੀ ਜਾਣਾ ਚਾਹੁੰਦੇ ਨੇ, ਦੀਵਾਲੀ ਤੋਂ ਬਾਅਦ ਜਾਣਾ ਚਾਹੁੰਦੇ ਆ, ਉਹਨਾਂ ਲਈ ਕਿਸ ਤਰ੍ਹਾਂ ਦੀ ਸੀਡੀ ਤਿਆਰ ਕਰਕੇ ਦੇ ਸਕਦੇ ਹੋ, ਜਾਂ ਕਿਸ ਤਰ੍ਹਾਂ ਦੀ ਉਹਨਾਂ ਦੇ ਲਈ ਇੱਕ ਲੈਟਰ ਤਿਆਰ ਹੋ ਸਕਦੀ ਹੈ? ਹਾਂਜੀ, ਕਾਫੀ ਬੱਚਿਆਂ ਨੇ ਜਿਵੇਂ ਕਿਉਂਕਿ ਕੋਵਿਡ ਦੇ ਦੌਰਾਨ ਲੋਕਡਾਊਨ ਸੀਗਾ, ਆਈਲੈਟਸ ਪੂਰੇ ਟਾਈਮ 'ਤੇ ਨਹੀਂ ਕਰ ਪਾਏ ਜਾਂ ਲੇਟ ਆਈਲੈਟਸ ਕਰ ਰਹੇ ਹੈ ਜਾਂ ਹੁਣ ਰਿਜ਼ਲਟ ਆ ਰਿਹਾ, ਔਰ ਉਹਨਾਂ ਦੀ ਜਨਵਰੀ ਇਨਟੇਕ ਆਲਮੋਸਟ ਬੰਦ ਹੋ ਚੁੱਕੀਆਂ ਕਾਲਜਿਸ ਦੇ ਵਿੱਚ। ਮਈ ਇਨਟੇਕ ਦੇ ਵਿੱਚ ਲਿਮਿਟਡ ਸੀਟਸ ਅਵੇਲੇਬਲ ਹੁੰਦੀਆਂ, ਚਾਹੇ ਆਪਾਂ ਕੈਨੇਡਾ ਦੀ ਗੱਲ ਕਰੀਏ ਚਾਹੇ ਯੂਕੇ ਦੀ ਗੱਲ ਕਰੀਏ, ਔਰ ਫਿਰ ਉਹਨਾਂ ਨੂੰ ਬੈਸਟ ਜੋ ਪ੍ਰੋਗਰਾਮ ਮਿਲਣੇ ਹੈ ਜਾਂ ਪ੍ਰੋਸੈਸ ਮਿਲਣੇ ਉਹ ਸਤੰਬਰ ਇਨਟੇਕ ਮਿਲਣੀ ਹੈ। ਸੋ ਉਹ ਬੱਚੇ ਸਾਡੇ ਇੱਥੇ ਜੁਆਇਨ ਕਰ ਸਕਦੇ ਆ। ਪੋਸਟ ਦੀਵਾਲੀ ਸਾਡਾ ਬੈਚ ਸ਼ੁਰੂ ਹੋ ਰਿਹਾ ਔਰ ਉਹ ਇੱਥੇ ਸਟਾਰਟ ਕਰਕੇ ਫਸਟ ਈਅਰ ਆਪਣਾ ਕੰਪਲੀਟ ਕਰ ਸਕਦੇ ਆ, ਜੋ ਕਿ ਮੋਸਟਲੀ ਅਸੀਂ ਜੁਲਾਈ ਅਗਸਤ ਦੇ ਵਿੱਚ ਉਹਨਾਂ ਦੀ ਕਲਾਸਿਸ ਖਤਮ ਕਰਕੇ ਐਂਡ ਦੈਨ ਵੀ ਵਿਲ ਸਟਾਰਟ ਦੇਅਰ ਵੀਜ਼ਾ ਪ੍ਰੋਸੈਸ। ਸੋ ਸਤੰਬਰ ਦੇ ਵਿੱਚ ਬੱਚੇ ਬੜੇ ਜਿਹੜਾ ਹੁਣ ਬੈਚ ਸਾਡਾ ਜੁਆਇਨ ਕਰਨਗੇ ਬੜੀ ਈਜ਼ੀਲੀ ਸਤੰਬਰ 21 'ਚ ਆਪਣਾ ਸੈਕੰਡ ਈਅਰ ਸਟਾਰਟ ਕਰ ਸਕਦੇ। ਡੀਏ ਸਿੰਘ ਜੀ, ਜਦੋਂ ਮੈਂ ਨਾ ਫਿਰੋਜ਼ਪੁਰ ਦਾ ਰਹਿਣ ਵਾਲਾ, ਪਹਿਲੀ ਗੱਲ ਤਾਂ ਇਹ ਸਾਡੇ ਉੱਥੇ ਬਸੰਤ ਬੜੀ ਮਸ਼ਹੂਰ ਹੈਗੀ ਹੈ ਜੀ, ਪਤੰਗਾਂ ਬੜੀਆਂ ਉੱਡਦੀਆਂ ਹੈਗੀਆਂ। ਜਦੋਂ ਛੱਤ ਤੇ ਪਤੰਗ ਉਡਾਇਆ ਕਰਦੇ ਸੀ, ਪੇਚੇ ਲੜਿਆ ਕਰਦੇ ਸੀਗੇ, ਪੇਚੇ ਲੜਦੇ ਸੀਗੇ ਤਾਂ ਇੱਕ ਪਤੰਗ ਕੱਟ ਕੇ ਦੂਜੀ ਛੱਤ ਤੇ ਜਾਂਦੀ ਸੀਗੀ, ਤੇ ਉਸ ਇੱਕ ਪਤੰਗ ਨੂੰ ਫੜਨ ਦੇ ਲਈ ਬੇਸ਼ੁਮਾਰ ਜਿਹੜਾ ਬੱਚਿਆਂ ਦਾ ਜੱਥਾ ਹੁੰਦਾ ਸੀ ਭੱਜ ਕੇ ਜਾਂਦਾ ਸੀਗਾ। ਉਸੇ ਤਰ੍ਹਾਂ ਇੱਕ ਸੰਘਰਸ਼ ਹੁੰਦਾ ਹੈ ਆਇਲਸ ਦੇ ਬੈਂਡ ਦਾ। ਇਸ ਪਾਥਵੇ ਪ੍ਰੋਗਰਾਮ ਦੇ ਤਹਿਤ ਕਿਵੇਂ ਯਕੀਨ ਦਿਵਾਓਗੇ ਕਿ ਤੁਹਾਡੇ ਆਇਲਸ ਬੈਂਡ ਜਿਹੜੇ ਹੈਗੇ ਨੇ ਸੁਰੱਖਿਅਤ ਨੇ? ਆਇਲਸ ਦੀ ਜਿਹੜੀ ਮਿਹਨਤ ਜਾਂ ਕਹਿ ਲਈਏ ਆਪਾਂ ਬੱਚਿਆਂ ਨੂੰ ਤਸ਼ੱਦਦ ਕਰਨੀ ਪੈਂਦੀ ਹੈ ਪੰਜਾਬ ਦੇ ਵਿੱਚ, ਉਹ ਬੇਸਿਕਲੀ ਹੈ ਕਿ ਉਹ ਆਪਣਾ ਇਨਵਾਇਰਮੈਂਟ ਨਹੀਂ ਚੇਂਜ ਕਰਦੇ। ਉਹ ਜਿਹੜੇ ਪਿੰਡ ਤੁਸੀਂ ਫਿਰੋਜ਼ਪੁਰ ਦੀ ਗੱਲ ਕੀਤੀ ਹੈ, ਤੇ ਆਪਾਂ ਫਿਰੋਜ਼ਪੁਰ 'ਚ ਹੀ ਬੈਠੇ ਰਹਾਂਗੇ 4 ਮਹੀਨੇ ਔਰ ਆਪਾਂ 4 ਘੰਟੇ 6 ਘੰਟੇ ਇੰਗਲਿਸ਼ ਦੀ ਕਲਾਸ ਲਗਾ ਲਾਂਗੇ, ਟੀਚਰ ਤੋਂ ਜਾ ਕੇ ਪ੍ਰੈਕਟਿਸ ਕਰੀ ਜਾਵਾਂਗੇ, ਉੱਥੇ ਵੀ ਉਹ ਉਹੀ ਪ੍ਰੈਕਟਿਸ ਕਰਦੇ ਆ, ਬਟ ਆਪਣੀ ਓਵਰਆਲ ਇੰਗਲਿਸ਼ ਡਿਵੈਲਪਮੈਂਟ ਦੀ ਗੱਲ ਨਹੀਂ ਕਰਦੇ। ਸੋ ਅਸੀਂ ਇਸ ਗਲੋਬਲ ਪਾਥਵੇ ਦੇ ਵਿੱਚ ਇਹੀ ਚੀਜ਼ ਨੂੰ ਥੋੜ੍ਹਾ ਜਿਹਾ ਚੇਂਜ ਕਰਨਾ ਚਾਹੁੰਦੇ ਹਾਂ। ਜਦੋਂ ਬੱਚਾ ਸਾਡੇ ਕੋਲ ਫਸਟ ਈਅਰ ਇੱਥੇ ਪੜ੍ਹਦਾ ਹੈ ਸਾਡੇ ਕਾਲਜ ਦੇ ਵਿੱਚ, ਉਹ ਇੱਕ ਇਨਵਾਇਰਮੈਂਟ 'ਚ ਪੜ੍ਹਦਾ ਹੈ, ਉਹ ਪੂਰਾ ਦਾ ਪੂਰਾ ਝੁੰਡ ਹੀ ਨਾ ਇੱਕੋ ਚੀਜ਼ 'ਤੇ ਸਟਰਗਲ ਕਰ ਰਿਹਾ, ਔਰ ਅਸੀਂ ਉਹਨਾਂ ਨੂੰ ਇੱਕੋ ਇੱਕ ਮੋਟੀਵੇਸ਼ਨ 'ਤੇ ਲੈ ਕੇ ਆ ਰਹੇ ਹਾਂ ਕਿ ਔਰ ਉੱਥੇ ਉਹਨਾਂ ਦਾ ਇਨਵਾਇਰਮੈਂਟ ਚੇਂਜ ਕਰ ਰਹੇ ਹਾਂ। ਦੇ ਆਰ ਆਲ ਦੀ ਸਟੂਡੈਂਟਸ, ਦੇ ਸਾਰੇ ਮਿਲ ਕੇ ਆਪਣੀ ਉਹਨਾਂ ਦਾ ਟਾਰਗੇਟ ਹੈ ਕਿ ਅਸੀਂ ਸੈਕੰਡ ਈਅਰ ਬਾਹਰ ਜਾਣਾ ਹੈ। ਆਪਾਂ ਪੂਰੀ ਜਿਵੇਂ ਕਹਿੰਦੇ ਨਾ ਫੌਜ ਬਣਾ ਕੇ ਲੜੀਦਾ ਸਾਰਿਆਂ ਦੇ ਨਾਲ। ਜਰਨਲ ਤਾਂ ਹੈਗੇ ਆ ਸਾਡੇ ਕੋਲ, ਟੀਚਰ ਬਹੁਤ ਸਾਡੇ ਸਟਰੋਂਗ ਹੈਗੇ ਆ, ਟੈਕਨੋਲੋਜੀ ਅਸੀਂ ਬਹੁਤ ਸਟਰੋਂਗ ਯੂਜ਼ ਕਰੀਦੀ ਹੈ, ਪੂਰੇ ਅਸੀਂ ਸਿਸਟਮਸ ਆਪਣੇ ਔਰ ਅਸੀਂ ਬਲੈਂਡਡ ਮਾਡਲ ਕੰਪਿਊਟਰ ਬੇਸਡ ਟੀਚਿੰਗ ਦੇ ਉੱਤੇ ਵੀ ਆਈਲੈਟਸ ਦੇ ਨਾਲ ਪ੍ਰਿਪੇਅਰ ਕਰ ਰਹੇ ਹਾਂ ਬੱਚਿਆਂ ਨੂੰ। ਬਟ ਸਾਰਿਆਂ ਦਾ ਫੋਕਸ, ਪੂਰੀ ਟੀਮ ਦਾ, ਸੋਸ਼ਲ ਸਰਕਲ ਦਾ, ਸਾਰੀ ਦੀ ਸਾਰੀ ਸੇਬਾਂ ਦੀ ਪੇਟੀ ਇੱਕੋ ਤਰ੍ਹਾਂ ਦੀ ਹੈ। ਸੋ ਉਹਨਾਂ ਦਾ ਟਾਰਗੇਟ ਇੱਕ ਇਨਵਾਇਰਮੈਂਟ ਬਣ ਜਾਂਦਾ ਹੈ ਕਿ ਮੈਂ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਹੈ, ਮੈਂ ਅਗਲੇ ਨੈਕਸਟ ਈਅਰ ਆਪਣੀ ਇੱਕ ਡਿਸਟਿੰਕਸ਼ਨ ਲੈ ਕੇ ਆਪਣੇ ਆਈਲੈਟਸ ਬੈਂਡ ਨੂੰ ਇੰਪਰੂਵ ਕਰਕੇ ਡਿਜ਼ਾਇਰਡ ਆਈਲੈਟਸ ਬੈਂਡ 6 'ਚ ਦੀ ਗੱਲ ਕਰੀਏ ਕੈਨੇਡਾ ਦੀ, ਜਾਂ ਹੁਣ ਯੂਕੇ ਦੀ ਗੱਲ ਕਰੀਏ ਆਪਾਂ 5.5 ਬੈਂਡਸ ਦੀ, ਅਸੀਂ ਉਹ ਬੈਂਡਸ ਲੈ ਕੇ ਆਪਣਾ ਸੈਕੰਡ ਈਅਰ ਮੂਵ ਕਰਨਾ। ਸੋ ਸਾਰਿਆਂ ਦਾ ਇੱਕ ਓਬਜੈਕਟਿਵ, ਇੱਕ ਟਾਰਗੇਟ ਬਣ ਜਾਂਦਾ, ਮਾਹੌਲ ਬਣ ਜਾਂਦਾ, ਔਰ ਉਹਦੇ 'ਤੇ ਜਦੋਂ ਆਪਾਂ ਕੰਮ ਕਰਦੇ ਹਾਂ ਤਾਂ ਰਿਜ਼ਲਟਸ ਡੈਫੀਨੇਟਲੀ ਆਉਂਦੇ ਆ। ਔਰ ਓਵਰਆਲ ਜਿਹੜੀ ਅਸੀਂ ਆਈਲੈਟਸ ਦੀ ਕੋਚਿੰਗ ਵੀ ਕਰਾ ਰਹੇ ਹਾਂ ਆਪਣੇ ਇੰਸਟੀਟਿਊਸ਼ਨਸ ਦੇ ਵਿੱਚ, ਉਹ ਵੀ ਇੱਕ ਅਸੀਂ ਬਲੈਂਡਡ ਟੈਕਨੋਲੋਜੀ ਦੇ ਨਾਲ ਕਰਾ ਰਹੇ ਹਾਂ। ਸੋ ਇੱਕ ਹਿਊਮਨ ਟੀਚ ਕਰ ਰਿਹਾ ਔਰ ਇੱਕ ਤੁਹਾਨੂੰ ਵਰਲਡ ਬੈਸਟ AI ਆਰਟੀਫਿਸ਼ੀਅਲ ਇੰਟੈਲੀਜੈਂਟ ਬੇਸਡ ਕੰਪਿਊਟਰਸ ਨਾਲ ਤੁਹਾਨੂੰ ਟੈਕਨੋਲੋਜੀ ਦੇ ਪ੍ਰੈਕਟਿਸ ਕਰਾ ਰਹੇ। ਫੋਰ ਐਗਜ਼ਾਮਪਲ ਸਪੀਕਿੰਗ ਹੈ, ਆਪਾਂ ਕਿਵੇਂ ਆਪਣੀ ਇੰਗਲਿਸ਼ ਇੰਪਰੂਵ ਕਰਦੇ ਹਾਂ, ਆਪਾਂ ਇੱਕ ਦੂਜੇ ਨਾਲ ਗੱਲਬਾਤ ਕਰਕੇ। ਸੋ ਤੁਸੀਂ ਇੱਕ ਟੀਚਰ ਨਾਲ ਸਾਰਾ ਦਿਨ ਬੈਠ ਕੇ ਗੱਲਬਾਤ ਨਹੀਂ ਕਰ ਸਕਦੇ, ਬਟ ਤੁਸੀਂ ਕੰਪਿਊਟਰ ਨਾਲ ਬੈਠ ਕੇ ਸਾਰਾ ਦਿਨ
ਪ੍ਰੈਕਟਿਸ ਕਰ ਸਕਦੇ ਹੋ। ਸੋ ਇਸ ਤਰੀਕੇ ਦੀਆਂ ਅਸੀਂ ਟੈਕਨੋਲੋਜੀਜ਼ ਇਸ ਗਲੋਬਲ ਪਾਥਵੇ ਦੇ ਨਾਲ ਅਸੀਂ ਪੀਅਰਸਨ ਦੀ ਕੋਲੈਬੋਰੇਸ਼ਨ ਦੇ ਨਾਲ, ਜੋ ਕਿ ਵਰਲਡ ਦੀ ਬੈਸਟ ਕੰਪਨੀ ਹੈ, ਔਰ ਪੀਅਰਸਨ ਟੈਸਟ ਆਫ ਇੰਗਲਿਸ਼ ਉਹਨਾਂ ਦਾ ਸਪੈਸ਼ਲਿਸਟ ਟੈਸਟ ਹੈਗਾ, ਸੋ ਉਹ ਵੀ ਅਸੀਂ ਕਰਾ ਰਹੇ ਹਾਂ। ਵੀ ਹੈਵ ਪਾਰਟਨਰ ਵਿਦ ਯੂਨੀਵਰਸਿਟੀ ਆਫ ਕੈਂਬਰਿਜ, ਜਿਨ੍ਹਾਂ ਦਾ ਇਹ ਆਈਲੈਟਸ ਟੈਸਟ ਹੈਗਾ, ਉਹਨਾਂ ਦੇ ਰਿਸੋਰਸਿਸ ਸਾਡੇ ਕੋਲ ਅਵੇਲੇਬਲ ਹੈਗੇ ਹੈ। ਕੰਪਿਊਟਰ ਡਿਲੀਵਰਡ ਆਈਲੈਟਸ ਆ ਗਿਆ ਹੈ, ਉਹਦੇ ਰਿਸੋਰਸਿਸ ਸਾਡੇ ਕੋਲ ਐਗਜ਼ੈਕਟ ਸੌਫਟਵੇਅਰ ਹੈਗਾ, ਰੈਪਲੀਕਾ ਹੈਗਾ। ਸੋ ਇਸ ਤਰੀਕੇ ਨਾਲ ਆਈਲੈਟਸ ਨੂੰ ਅਸੀਂ ਬੜਾ ਈਜ਼ੀ ਬਣਾ ਦਿੰਦੇ ਹਾਂ ਹਰ ਬੱਚੇ ਨੂੰ ਅਚੀਵ ਕਰਨ ਦੇ ਲਈ। ਇਨਵਾਇਰਨਮੈਂਟ ਚੇਂਜ ਹੁੰਦਾ ਹੈ, ਟੈਕਨੋਲੋਜੀ ਮਿਲਦੀ ਹੈ, ਟ੍ਰੇਨਰਸ ਮਿਲਦੇ ਹੈ, ਤਾਂ ਨੈਚੁਰਲੀ ਜਦੋਂ ਉਹਨੂੰ ਬੈਸਟ ਫੈਸਿਲਿਟੀਜ਼ ਮਿਲਦੀਆਂ, ਬਾਕੀ ਬੱਚੇ ਦੀ ਮਿਹਨਤ ਤਾਂ ਹੈ ਹੀ ਹੈ ਜੀ, ਮਿਹਨਤ ਬਿਨਾਂ ਤਾਂ ਕੁਝ ਮਿਲਣਾ ਨਹੀਂ। ਸੋ ਜੇ ਬੱਚਾ ਮਿਹਨਤ ਪ੍ਰੋਪਰ ਕਰਦਾ ਆਪਣੀ, ਔਰ ਉਹਨੂੰ ਬੈਸਟ ਰਿਸੋਰਸਿਸ ਚੀਜ਼ਾਂ ਮਿਲਦੀਆਂ, ਤਾਂ ਰਿਜ਼ਲਟ ਤਾਂ ਆਉਣਾ ਕੁਆਇਟ ਨਹੀਂ 100% ਪੋਸੀਬਲ ਹੈ। ਸੋ ਦੋਸਤੋ, ਮੇਰੇ ਹੱਥ ਦੇ ਵਿੱਚ ਜਿਹੜੀ ਫਾਈਲ ਹੈਗੀ ਹੈ, ਇਹ ਫਾਈਲ ਇਕੱਲੀ ਫਾਈਲ ਨਹੀਂ ਹੈਗੀ ਹੈ, ਇਹਦੇ ਅੰਦਰ ਜੋ ਪੰਨੇ ਹੈ ਉਹਦੇ ਤੇ ਖੁਆਬ ਪਰੋ ਕੇ ਡੀਜੇ ਸਿੰਘ ਜੀ ਨੇ ਤੁਹਾਡੇ ਲਈ ਤਿਆਰ ਕੀਤੇ ਹੈ। ਜੇ ਉਹਨਾਂ ਖੁਆਬਾਂ ਨੂੰ ਤੁਸੀਂ ਮੁਕੰਮਲ ਕਰਨਾ ਚਾਹੁੰਦੇ ਹੋ, ਉਹਨਾਂ ਖੁਆਬਾਂ ਦੇ ਪਿੱਛੇ ਜੇ ਤੁਸੀਂ ਭੱਜਦੇ ਹੋ, ਤੁਹਾਡੀ ਦੌੜ ਉਹਨਾਂ ਖੁਆਬਾਂ ਦੇ ਲਈ ਹੈ, ਤਾਂ ਤੁਸੀਂ ਮਿਲ ਸਕਦੇ ਹੋ ਡੀਜੇ ਸਿੰਘ ਜੀ ਨੂੰ, ਤਾਂ ਕਿ ਤੁਹਾਡੇ ਜਿਹੜੇ ਖੁਆਬ ਹੈਗੇ ਨੇ ਉਹ ਤੁਹਾਡੇ ਹੱਥ ਦੇ ਵਿੱਚ ਥਮਾ ਦਿੱਤੇ ਜਾਣ। ਪਰ ਫਿਲਹਾਲ ਆਪਣੇ ਮੇਜ਼ਬਾਨ ਲੰਕੇਸ਼ ਤ੍ਰਿਖਾ ਨੂੰ ਦਵੋ ਇਜਾਜ਼ਤ। ਰੱਬ ਖੈਰ ਕਰੇ।